11ਵੀਂ, पौड़ी 13ਵੀਂ, तुक 6ਵੀਂ। दौलत खां लोधी भला हुआ जिंद पीर विनाशी। ਓਕੇ, ਹੁਣ ਦੇਖੋ ਇੱਥੇ ਦੋ ਸਾਖੀਆਂ ਆਉਣਗੀਆਂ। ਪਹਿਲਾਂ ਤਾਂ ਦੌਲਤ ਖਾਂ, ਕਹਿੰਦੇ ਦੌਲਤ ਖਾਂ ਲੋਧੀ ਭਲਾ ਹੋਆ। ਇਹ ਜਿਹੜਾ ਦੌਲਤ ਖਾਂ ਸੀਗਾ ਨਾ, ਇਹ ਲੋਧੀ ਫੈਮਿਲੀ ਵਿੱਚੋਂ ਸੀਗਾ। ਲੋਧੀ ਇਹਦੀ ਫੈਮਿਲੀ ਦਾ ਨੇਮ ਸੀਗਾ, ਜਾਂ ਇਹਨੂੰ ਆਪਾਂ ਕਾਸਟ ਨਹੀਂ ਕਹਾਂਗੇ, ਇਹ ਲੋਧੀ ਜਿਹੜਾ ਹੈ ਇਹਨਾਂ ਜਿਹੜਾ ਗੋਤ ਹੈ, ਲੋਧੀ ਗੋਤ ਸੀਗਾ ਇਸਦਾ। ਕਹਿੰਦੇ ਭਲਾ ਹੋਆ, ਚੰਗਾ ਹੋਇਆ ਇਹ ਬੰਦਾ। ਸੋ ਦੂਜਾ ਸੀ ਜਿਹੜਾ ਜਿੰਦ ਪੀਰ ਅਬਨਾਸੀ। ਸੋ ਇੱਕ ਜਿਉਂਦਾ ਪੀਰ ਹੈ, ਖਵਾਜਾ ਪੀਰ ਵੀ ਕਹਿੰਦੇ ਨੇ, ਜਿਉਂਦਾ ਪੀਰ ਵੀ ਕਹਿੰਦੇ ਨੇ। ਸੋ ਇੱਕ ਉਹਦੀ ਸਾਖੀ ਆਉਂਦੀ ਹੈ ਅਬਨਾਸੀ, ਜਿਹੜੇ ਨਾਸ ਤੋਂ ਰਹਿਤ ਹੋ ਗਏ। ਸੋ ਭਾਈ ਗੁਰਦਾਸ ਦੀ ਇਹ ਪੰਕਤੀ ਲੈ ਕੇ ਹੁਣ ਆਪਾਂ ਸ਼ੁਰੂ ਕਰਦੇ ਹਾਂ, ਜਿਵੇਂ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਲਿਖਿਆ ਹੈ। ਦੌਲਤ ਖਾਂ ਲੋਧੀ ਸੁਲਤਾਨਪੁਰ ਵਿੱਚ ਰਹਿੰਦਾ ਸੀ। ਕਹਿੰਦੇ ਕਿ ਦੇਖੋ ਦੌਲਤ ਖਾਂ ਜਿਹੜਾ ਸੀਗਾ ਨਾ, ਇਹ ਜਿਹੜਾ ਹੈ ਸੁਲਤਾਨਪੁਰ ਵਿੱਚ ਰਹਿੰਦਾ ਸੀਗਾ। ਸੁਲਤਾਨਪੁਰ ਜਿਹੜਾ ਹੈ ਉੱਥੇ ਰਿਹਾ ਕਰਦਾ ਸੀ। ਉਹ ਜਾਗਾ ਦਾ ਸਰਦਾਰ ਸੀ। ਉਹ ਸਾਰੇ ਜਿਹੜਾ ਹਨ ਸੁਲਤਾਨਪੁਰ ਦਾ ਜਿਹੜਾ ਹੈ ਉਹ ਸਰਦਾਰ ਸੀਗਾ। ਦੈਟ ਮੀਨ ਹੀ ਵਾਸ ਅ ਹੈਡ ਆਫ ਸੁਲਤਾਨਪੁਰ। ਜਿਵੇਂ ਅੱਜ ਕੱਲ ਹੁੰਦੇ ਨਾ ਮੇਅਰਸ, ਹਾਂਜੀ, ਜਾਂ ਆਪਾਂ ਹੋਰ ਜਿਹੜੇ ਐਸੇ ਜਿਹੜੇ ਪੋਜੀਸ਼ਨਸ ਹੁੰਦੇ ਨੇ, ਜਿਹੜੇ ਸ਼ਹਿਰ ਦੇ ਵੱਡੇ ਹੁੰਦੇ ਨੇ, ਪਰ ਕਹਿੰਦੇ ਇਹ ਜਿਹੜਾ ਸ਼ਹਿਰ ਦਾ ਵੱਡਾ ਸੀ, ਸੁਲਤਾਨਪੁਰ ਦਾ ਇਹ ਸਰਦਾਰ ਸੀਗਾ। ਤੇ ਜੈ ਰਾਮ ਬਾਬੇ ਦਾ ਬਹਿਨੋਈਆ ਸੀ। ਤੇ ਬਾਬਾ ਜੈ ਰਾਮ ਜੀ ਜਿਹੜੇ ਸੀ ਨਾ, ਇਹ ਗੁਰੂ ਨਾਨਕ ਸਾਹਿਬ ਦੇ ਬ੍ਰਦਰ ਇਨ ਲਾਅ ਸੀਗੇ। ਮਤਲਬ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵੱਡੀ ਭੈਣ ਬੇਬੇ ਨਾਨਕੀ ਤੇ ਉਹਨਾਂ ਦੇ ਪਤੀ ਸੀਗੇ ਜੈ ਰਾਮ ਜੀ। ਸੋ ਕਹਿੰਦੇ ਇਹ ਬਹਿਨੋਇਆ ਸੀ, ਕਹਿੰਦੇ ਜਿਹੜਾ ਹੈ ਗੁਰੂ ਨਾਨਕ ਸਾਹਿਬ ਜੀ ਦਾ ਭਣੋਇਆ ਸੀਗਾ ਬਾਬਾ ਜੈ ਰਾਮ ਜੀ। ਸੋ ਕਹਿੰਦੇ ਇਸ ਤਰ੍ਹਾਂ ਕਰਕੇ ਇਹ ਸੁਲਤਾਨਪੁਰ ਚ ਰਹਿਣ ਵਾਲਾ ਸੀ। ਉਸ ਦਾ ਮੋਦੀ ਖਾਨਾ ਕਰਦਾ ਸੀ। ਓਕੇ, ਦੌਲਤ ਖਾਂ ਦਾ ਇੱਕ ਮੋਦੀ ਖਾਨਾ ਸੀ। ਹੁਣ ਮੋਦੀ ਖਾਨਾ ਕੀ ਹੁੰਦਾ ਹੈ? ਇੱਕ ਰਿਟੇਲ ਸ਼ਾਪ ਹੁੰਦੀ ਹੈ ਜਿਹੜੀ ਗਵਰਨਮੈਂਟ ਚਲਾਉਂਦੀ ਹੈ, ਜਿਹੜਾ ਗਵਰਨਮੈਂਟ ਦਾ ਆਪਣਾ ਹੁੰਦਾ ਹੈ, ਕਿਉਂਕਿ ਹਰ ਵੇਲੇ ਜਿਹੜਾ ਹੈ ਹਰ ਸਮਾਨ ਉੱਥੇ ਮਿਲਦਾ ਹੈ। ਇਉਂ ਮੰਨ ਲਓ ਜਿਵੇਂ ਇੱਕ ਵੇਅਰ ਹਾਊਸ ਹੈ, ਵੱਡਾ ਵੇਅਰ ਹਾਊਸ ਸੀਗਾ ਦੌਲਤ ਖਾਨ ਦਾ ਸੁਲਤਾਨਪੁਰ ਦੇ ਵਿੱਚ। ਸੋ ਉਹ ਮੋਦੀ ਖਾਨੇ ਨੂੰ ਚਲਾਉਂਦਾ ਸੀ ਬਾਬਾ ਜੈ ਰਾਮ ਜੀ। ਉੱਥੇ ਬਾਬਾ ਜੀ ਗਏ ਤਾਂ ਜੈ ਰਾਮ ਦਾ ਸਾਰਾ ਮੋਦੀ ਖਾਨੇ ਦਾ ਕੰਮ ਬਾਬੇ ਦੇ ਹਵਾਲੇ ਕੀਆ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਾ ਇੱਕ ਵਾਰੀ ਜਦੋਂ ਬਾਬਾ ਮਹਿਤਾ ਕਾਲੂ ਜੀ ਨੇ ਨਾ ਬਹੁਤ ਵਾਰੀ ਗੁਰੂ ਨਾਨਕ ਸਾਹਿਬ ਨੂੰ ਸਕੂਲ ਭੇਜਿਆ, ਤੇ ਮਹਾਰਾਜ ਉਹ ਕਾਜੀ ਨੂੰ ਸਿਖਾ ਕੇ ਆ ਜਾਂਦੇ ਸਨ, ਪੰਡਤ ਨੂੰ ਬ੍ਰਾਹਮਣ ਨੂੰ ਸਿਖਾ ਕੇ ਆ ਜਾਂਦੇ ਸਨ। ਸੋ ਫਿਰ ਬਾਅਦ ਵਿੱਚ ਬਾਬਾ ਕਾਲੂ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਬੱਕਰੀਆਂ ਮੱਝਾਂ ਚਾਰਨ ਵਿੱਚ ਲਾਇਆ। ਉੱਥੇ ਵੀ ਮਹਾਰਾਜ ਨੇ ਜਿਹੜਾ ਹੈ ਮੱਝਾਂ ਨੂੰ ਜਿਹੜਾ ਹੈ ਹੋਰਾਂ ਦੇ ਚਾਰੇ ਚਰਾਤੇ, ਫਿਰ ਮੁੜ ਕੇ ਹਰਿਆ ਭਰਿਆ ਕਰਤਾ। ਸੋ ਬਹੁਤ ਕੁਝ ਹੋਇਆ। ਅਖੀਰ ਕਰਨਾ ਬਾਬਾ ਮਹਿਤਾ ਕਾਲੂ ਨੇ 20 ਰੁਪਏ ਦਿੱਤੇ ਗੁਰੂ ਨਾਨਕ ਸਾਹਿਬ ਜੀ ਨੂੰ, ਕਹਿੰਦੇ ਸੱਚਾ ਸੌਦਾ ਕਰ। ਸੋ ਸੱਚਾ ਸੌਦਾ ਕਰਨ ਗਏ, ਉੱਥੇ ਵੀ ਸਾਧੂ ਭੁੱਖੇ ਮਿਲ ਪਏ, ਉਹਨਾਂ ਨੂੰ ਲੰਗਰ ਛਕਾ ਦਿੱਤਾ। ਸੋ ਬਾਬਾ ਮਹਿਤਾ ਕਾਲੂ ਜੀ ਕਾਫੀ ਦੁਖੀ ਸਨ, ਬਿਕੋਜ਼ ਗੁਰੂ ਨਾਨਕ ਸਾਹਿਬ ਨੂੰ ਹਰ ਇੱਕ ਕੰਮ ਵਿੱਚ ਲਾਇਆ ਤੇ ਉਹ ਸੈਟਿਸਫਾਈਡ ਨਹੀਂ ਹੋਏ। ਬਾਬਾ ਮਹਿਤਾ ਕਾਲੂ ਜੀ ਵੀ ਇਹ ਕੰਮ ਚੰਗੀ ਤਰ੍ਹਾਂ ਕਰ ਨਹੀਂ ਰਹੇ। ਸੋ ਕੀ ਹੋਇਆ, ਬੇਬੇ ਨਾਨਕੀ ਨੂੰ ਪਤਾ ਸੀ ਵੀ ਹਮੇਸ਼ਾ ਹੀ ਬਾਬਾ ਮਹਿਤਾ ਕਾਲੂ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਤੰਗ ਕਰੀ ਜਾਂਦੇ ਨੇ, ਹਮੇਸ਼ਾ ਕਹੀ ਜਾਂਦੇ ਨੇ, ਤੂੰ ਇਹ ਨਹੀਂ ਕਰਦਾ, ਤੂੰ ਉਹ ਨਹੀਂ ਕਰਦਾ, ਤੂੰ ਕੰਮ ਨਹੀਂ ਕਰਦਾ, ਤੂੰ ਆਹ ਨਹੀਂ ਕਰਦਾ। ਸੋ ਇਹ ਜਿਹੜਾ ਹੈ ਬਾਬਾ ਮਹਿਤਾ ਕਾਲੂ ਅਨਸੈਟਿਸਫਾਈਡ ਬਹੁਤ ਜ਼ਿਆਦਾ ਸਨ। ਸੋ ਉਸ ਵੇਲੇ ਬੇਬੇ ਨਾਨਕੀ ਜਦੋਂ ਵਿਆਹੀ ਗਈ ਸੁਲਤਾਨਪੁਰ, ਉਸ ਵੇਲੇ ਬਾਬਾ ਜੈ ਰਾਮ ਜੀ ਨਾਲ ਉਹਨੇ ਆਪਣੇ ਪਤੀ ਨਾਲ ਗੱਲ ਕੀਤੀ, ਤੇ ਬਾਬਾ ਜੈ ਰਾਮ ਜੀ ਕਹਿੰਦੇ ਮੋਦੀ ਖਾਨਾ ਤਾਂ ਹੈਗਾ ਹੀ ਆ, ਕਹਿੰਦੇ ਕਿਉਂ ਨਾ ਆਪਾਂ ਗੁਰੂ ਨਾਨਕ ਨੂੰ ਇੱਥੇ ਲੈ ਕੇ ਆ ਜਾਈਏ ਸੁਲਤਾਨਪੁਰ, ਤੇ ਮੋਦੀ ਖਾਨੇ ਦਾ ਕੰਮ ਦਵਾ ਦਿੰਦੇ ਆ। ਸੋ ਇਸ ਕਰਕੇ ਉਹ ਗੁਰੂ ਨਾਨਕ ਸਾਹਿਬ ਜੀ ਸੁਲਤਾਨਪੁਰ ਵਿੱਚ ਆਏ। ਸੁਲਤਾਨਪੁਰ ਵਿੱਚ ਆ ਕੇ ਮੋਦੀ ਖਾਨੇ ਦਾ ਕੰਮ ਜਿਹੜਾ ਬਾਬਾ ਜੈ ਰਾਮ ਜੀ ਦਾ ਸੀਗਾ ਉਹ ਗੁਰੂ ਨਾਨਕ ਸਾਹਿਬ ਨੂੰ ਦਿੱਤਾ। ਤਾਂ ਬਾਬੇ ਦੇ ਅੱਗੇ ਸਭੇ ਵੱਟੇ ਆਣ ਰੱਖੇ। ਸੋ ਕੀ ਹੋਇਆ, ਜਦੋਂ ਕੰਮ ਸ਼ੁਰੂ ਕਰਨ ਲੱਗੇ ਨਾ, ਉਹ ਵੇਟ ਵਾਲੇ ਸਟੋਨ ਹੁੰਦੇ ਆ, ਵੇਟ ਸਟੋਨਸ। ਸੋ ਵੇਟ ਜਿਹੜਾ ਹਨ ਅੱਗੇ ਵੇਟ ਕੀ ਹੁੰਦਾ ਸੀਗਾ, ਉਹ ਵੇਟ ਕਰਨ ਵਾਸਤੇ ਉਹਨੂੰ ਪੱਥਰ ਵਰਤੇ ਜਾਂਦੇ ਸਨ। ਸੋ ਉਹ ਪੱਥਰ ਜਿਹੜੇ ਸਾਰੇ ਗੁਰੂ ਨਾਨਕ ਸਾਹਿਬ ਜੀ ਦੇ ਮੂਹਰੇ ਰੱਖ ਦਿੱਤੇ ਲਿਆ ਕੇ, ਵੀ ਤੁਸੀਂ ਵੇ ਕਰਕੇ ਇਹ ਪੱਥਰਾਂ ਦਾ ਗਾਈਡ ਵਰਤ ਕੇ ਤੁਸੀਂ ਉਹ ਸੌਦਾ ਦੇਣਾ ਹੈ। ਹਾਂਜੀ, ਇਉਂ ਕਹਿ ਲਈ ਵੀ ਟ੍ਰੇਨਿੰਗ ਸੀਗੀ। ਉਹਨਾਂ ਨੇ ਸਾਰੇ ਪੱਥਰ ਮੂਹਰੇ ਰੱਖ ਦਿੱਤੇ। ਜਬ ਬਾਬੇ ਪਾਉ ਦਾ ਵੱਡਾ ਡਿਠਾ। ਹੁਣ ਪਾਇਆ, ਇੱਕ ਪਾਇਆ ਦਾ ਪੱਥਰ ਸੀਗਾ ਜਿਹੜਾ ਬਹੁਤਾ ਛੋਟਾ ਸੀਗਾ। ਪਾਇਆ ਮੀਨਸ ਸਭ ਤੋਂ ਛੋਟਾ ਹੁੰਦਾ ਹੈ। ਪਾਇਆ ਮੀਨਸ ਜਿਹੜਾ ਹੈ ਇੱਕ ਸੇਰ ਦਾ ਚੌਥਾ ਹਿੱਸਾ ਹੈ। ਜੇ ਇੰਡੀਅਨ ਵੇਦ ਦਾ ਤੁਸੀਂ ਜਿਹੜਾ ਹੈ ਥੋੜੀ ਸਟੱਡੀ ਕਰੋ, ਉਹਦੇ ਵਿੱਚ ਕੀ ਹੁੰਦਾ ਹੈ, ਸੇਰ ਹੁੰਦਾ। ਕਹਿੰਦੇ ਸੇਰ ਦਾ ਕੁਆਟਰ ਜਿਹੜਾ ਉਹ ਪਾਇਆ ਹੁੰਦਾ ਹੈ, ਤੇ ਸੇਰ ਜਿਹੜਾ ਹੈ ਇਹ 0.94 ਕਿਲੋਗ੍ਰਾਮ ਦਾ ਬਣਦਾ ਇੱਕ ਸੇਰ। ਸੋ ਜੇ ਇਹਨੂੰ ਡਿਵਾਈਡ ਬਾਈ 4 ਕਰ ਦਈਏ ਬਣੇਗਾ 0.23 ਕਿਲੋਗ੍ਰਾਮ, ਮਤਲਬ ਕੁਆਟਰ ਕਿਲੋਗ੍ਰਾਮ ਹੈ ਇੱਕ ਪਾਇਆ। ਸੋ ਇਹ ਇੱਕ ਪੱਥਰ ਸੀਗਾ ਜਿਹੜਾ ਇੱਕ ਪਾਇਆ ਵਾਲਾ ਸੀਗਾ। ਸੋ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਇਹ ਪੱਥਰ ਦੇਖਿਆ, ਮਹਾਰਾਜ ਨੂੰ ਇਹ ਛੋਟਾ ਪੱਥਰ ਬਹੁਤ ਚੰਗਾ ਲੱਗਿਆ।
ਤਾਂ ਉਸ ਨੇ ਅੱਗੇ ਮੱਥਾ ਟੇਕਿਆ। ਗੁਰੂ ਨਾਨਕ ਸਾਹਿਬ ਨੇ ਕੀ ਕੀਤਾ, ਉਹ ਛੋਟਾ ਪੱਥਰ ਰੱਖ ਕੇ ਉਹਨੂੰ ਮੱਥਾ ਟੇਕਿਆ ਗੁਰੂ ਨਾਨਕ ਸਾਹਿਬ ਜੀ ਨੇ। ਸੋ ਇਹ ਦੇਖ ਕਰਕੇ ਧੰਨ ਇਹ ਵੱਡਾ ਹੈ ਜਿਸ ਨੇ ਆਪਣੇ ਆਪ ਨੂੰ ਘੱਟ ਸਦਾਇਆ ਹੈ। ਦੇਖੋ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਹ ਛੋਟਾ ਪੱਥਰ ਜਿਹੜਾ ਪਾਇਆ ਹੈ ਨਾ, ਸਭ ਤੋਂ ਛੋਟਾ ਹੈ ਇਹ ਵੇ ਜਿਹੜਾ ਹੈ। ਮਹਾਰਾਜ ਕਹਿੰਦੇ ਇਹ ਜਿਹੜਾ ਹੈ ਬਹੁਤ ਧੰਨ ਹੈ, ਇਹ ਗ੍ਰੇਟ ਹੈ। ਕਿਉਂ? ਇਹਨੇ ਆਪਣੇ ਆਪ ਨੂੰ ਛੋਟਾ ਬਣਾਇਆ, ਇਹਨੇ ਆਪਣੇ ਆਪ ਨੂੰ ਛੋਟਾ ਅਖਵਾਇਆ ਹੈ। ਬਾਕੀ ਤਾਂ ਸਾਰੇ ਵੱਡੇ ਅਖਵਾਉਂਦੇ ਆਪਣੇ ਆਪ ਨੂੰ, ਇਹ ਪਾਇਆ ਨੇ ਆਪਣੇ ਆਪ ਨੂੰ ਸਭ ਤੋਂ ਛੋਟਾ ਅਖਵਾਇਆ ਹੈ, ਇਸ ਕਰਕੇ ਇਹ ਧੰਨ ਹੈ। ਪੈਰ ਜੋ ਸਭਨਾ ਅੰਗਾ ਥੀ ਨੀਵੇਂ ਹੈ। ਦੇਖੋ ਕਹਿੰਦੇ ਜਿਵੇਂ ਸਾਰੇ ਸਰੀਰ ਤੋਂ ਸਭ ਤੋਂ ਨੀਵੇਂ ਪੈਰ ਨੇ, ਸਭ ਤੋਂ ਥੱਲੇ ਪੈਰ ਨੇ। ਮਤਲਬ ਜੇ ਆਪਣੇ ਸਰੀਰ ਨੂੰ ਕੋਈ ਗੰਦਾ ਕਹਿੰਦਾ ਹੈ, ਸਭ ਤੋਂ ਪਹਿਲਾਂ ਪੈਰਾਂ ਵੱਲ ਦੇਖਦਾ ਹੈ ਵੀ ਪੈਰ ਮੈਲੇ ਹੁੰਦੇ ਨੇ, ਪੈਰ ਧਰਤੀ ਨੂੰ ਲੱਗਦੇ ਨੇ, ਪੈਰ ਮੈਲ ਉੱਤੇ ਵੀ ਤੁਰਦੇ ਨੇ, ਪੈਰ ਜਿਹੜੇ ਗੰਦੇ ਵੀ ਹੁੰਦੇ ਨੇ। ਹਾਂਜੀ, ਆਪਾਂ ਘਰ ਜਾ ਕੇ ਜੇ ਆਪਾਂ ਨਹਾਉਣਾ ਵੀ ਨਾ ਹੋਵੇ, ਆਪਾਂ ਪੈਰ ਤਾਂ ਜ਼ਰੂਰ ਧੋਂਦੇ ਆ ਨਾ। ਹਾਂਜੀ, ਸੋ ਧੋਂਦੇ ਆ ਕਿ ਨਹੀਂ ਜੀ? ਹਾਂਜੀ ਧੋਂਦੇ ਹਾਂ ਜੀ, ਚੰਗੀ ਗੱਲ ਆ ਜੀ। ਕਈ ਤਾਂ ਪੈਰ ਵੀ ਨਹੀਂ ਧੋਂਦੇ। ਹਾਂਜੀ, ਸਾਰੇ ਕਿਤੇ ਉਹੀ ਕਾਲਸ ਜੀ ਲਾਈ ਜਾਂਦੇ, ਕਿਦੋਂ ਘੱਟਾ ਲੱਗਦਾ, ਬਹੁਤ ਕੁਝ ਹੁੰਦਾ ਨਾ। ਕਹਿੰਦੇ ਪੈਰ ਸਭ ਤੋਂ ਨੀਵੇਂ ਨੇ। ਸੋ ਪੈਰ ਨੀਵੇਂ ਹੋਣ ਕਰਕੇ ਇਹਨਾਂ ਨੂੰ ਹਮੇਸ਼ਾ ਹੀ ਨੀਵਾਂ ਦੇਖਿਆ ਜਾਂਦਾ ਹੈ। ਪਰ ਤੇ ਪੂਜਾ ਹੋਰਨਾਂ ਅੰਗਾਂ ਦੀ ਨਹੀਂ ਹੁੰਦੀ, ਚਰਨਾਂ ਦੀ ਪੂਜਾ ਹੁੰਦੀ ਹੈ। ਦੇਖੋ ਪਰ ਕਹਿੰਦੇ ਪੂਜਾ ਸਿਰ ਦੀ ਨਹੀਂ ਹੁੰਦੀ। ਕੋਈ ਸਿਰ ਦੀ ਕੋਈ ਪੂਜਾ ਕਰਦਾ, ਹੱਥਾਂ ਦੀ ਕੋਈ ਪੂਜਾ ਕਰਦਾ, ਬਾਡੀ ਦੀ ਕੋਈ ਪੂਜਾ ਕਰਦਾ? ਪੂਜਾ ਹੁੰਦੀ ਆ ਪੈਰਾਂ ਦੀ। ਕਹਿੰਦੇ ਉਹ ਪੈਰ ਨੀਵੇਂ ਨੇ, ਪੈਰਾਂ ਨੂੰ ਨੀਵਾਂ ਆਖਿਆ ਜਾਂਦਾ ਹੈ। ਪੈਰ ਹੈ ਵੀ ਫਿਜ਼ੀਕਲੀ ਨੀਵੇਂ, ਪਰ ਸਭ ਤੋਂ ਜ਼ਿਆਦਾ ਪੂਜਾ ਕਿਹਦੀ ਹੁੰਦੀ ਆ? ਪੈਰਾਂ ਦੀ। ਕਹਿੰਦੇ ਦੇਖੋ ਇਹ ਪੈਰ, ਇਸ ਕਰਕੇ ਪੈਰ ਵੀ ਧੰਨ ਨੇ ਜਿਹੜੇ ਆਪਣੇ ਆਪ ਨੂੰ ਨੀਵਾਂ ਅਖਾਉਂਦੇ ਨੇ, ਤੇ ਪੂਜਾ ਵੀ ਇਹਨਾਂ ਦੀ ਹੁੰਦੀ ਹੈ। ਤਾਂ ਤੇ ਸਭ ਸਾਧ ਸੰਤ ਜੋ ਉਸ ਸ਼ਹਿਰ ਵਿੱਚ ਆਵਣ, ਤਾਂ ਬਾਬਾ ਜੀ ਸਭਨਾਂ ਨੂੰ ਨਾਨਾ ਪ੍ਰਕਾਰ ਦਾ ਪ੍ਰਸਾਦ ਤੇ ਬਸਤਰ ਤੀਕ ਪੂਜਾ ਕਰੇ। ਹੁਣ ਦੇਖੋ ਨਾ, ਮਹਾਰਾਜ ਨੂੰ ਮੋਦੀ ਖਾਨਾ ਦੇ ਦਿੱਤਾ। ਹੁਣ ਮੋਦੀ ਖਾਨਾ ਜਦੋਂ ਮਹਾਰਾਜ ਨੂੰ ਦਿੱਤਾ, ਤੁਸੀਂ ਦੇਖੋ ਨਾ, ਹੁਣ ਗੁਰੂ ਨਾਨਕ ਪਰਮੇਸ਼ਰ ਨੇ। ਪਰਮੇਸ਼ਰ ਜਦੋਂ ਕਿਸੇ ਨੂੰ ਦਿੰਦਾ ਉਹ ਸੌਦਾ ਨਹੀਂ ਕਰਦਾ। ਮਤਲਬ ਜੋ ਦਿੰਦਾ ਉਹ ਕੁਝ ਲੈਂਦਾ ਨਹੀਂ ਵਾਪਸ। ਦੇਖੋ ਨਾ, ਪਰਮਾਤਮਾ ਇਹੀ ਕੁਝ ਤਾਂ ਕਰਦੇ ਨੇ, ਉਹ ਆਪਾਂ ਨੂੰ ਦਿੰਦੇ ਨੇ, ਆਪਾਂ ਤੋਂ ਲੈਂਦੇ ਤਾਂ ਕੁਝ ਵੀ ਨਹੀਂ ਹੈ। ਕਿਤੇ ਪਰਮਾਤਮਾ ਨੇ ਆਪਾਂ ਤੋਂ ਮੰਗਿਆ ਵੀ ਮੈਂ ਤੈਨੂੰ ਇਹ ਦਿੱਤਾ, ਤੂੰ ਮੈਨੂੰ ਇਹ ਦੇ। ਤੁਸੀਂ ਬਾਹਰ ਜਾਓ, ਕੁਝ ਚੀਜ਼ ਲਓ, ਕਹੋਗੇ ਇੰਨੇ ਪੈਸੇ ਦੇ, ਫਿਰ ਇਹ ਚੀਜ਼ ਚੱਕ। ਸੌਦਾ ਹੁੰਦਾ ਹੈ ਨਾ, ਬਿਜ਼ਨਸ। ਕਹਿੰਦੇ ਪਰਮਾਤਮਾ ਨੇ ਤਾਂ ਕਿਤੇ ਆਪਣੇ ਨਾਲ ਬਿਜ਼ਨਸ ਨਹੀਂ ਕੀਤਾ। ਮਹਾਰਾਜ ਪਰਮਾਤਮਾ ਦਿੰਦੇ ਨੇ। ਕਹਿੰਦੇ ਗੁਰੂ ਨਾਨਕ ਸਾਹਿਬ ਨੂੰ ਜਦੋਂ ਮੋਦੀ ਖਾਨਾ ਮਿਲਿਆ, ਮਹਾਰਾਜ ਨੇ ਵੀ ਦੇਣਾ ਸ਼ੁਰੂ ਕਰਤਾ। ਹਿਸਾਬ ਨਹੀਂ ਰੱਖਿਆ, ਦੇਣਾ ਹੀ ਦੇਣਾ, ਦੇਈ ਜਾਂਦੇ ਨੇ। ਮਹਾਰਾਜ ਤੇਰਾ ਕਰਦੇ, ਬਸ ਦੇਈ ਜਾਂਦੇ ਨੇ। ਜਿਹੜਾ ਵੀ ਆਇਆ ਦੇਤਾ। ਕਹਿੰਦੇ ਕਿ ਉੱਥੇ ਸੁਲਤਾਨਪੁਰ ਦੇ ਵਿੱਚ ਕਿਸੇ ਨੂੰ ਕੋਈ ਖਾਣੇ ਦੀ ਘਾਟ ਨਹੀਂ ਮਹਿਸੂਸ ਹੋਣ ਦਿੱਤੀ, ਕੋਈ ਕੱਪੜੇ ਦੀ ਮਹਿਸੂਸ ਨਹੀਂ ਹੋਣ ਦਿੱਤੀ ਘਾਟ। ਜਿਹੜਾ ਵੀ ਕੋਈ ਆਉਂਦਾ ਸੀ ਮਹਾਰਾਜ ਦੇਈ ਜਾਂਦੇ ਸਨ। ਸਾਰਿਆਂ ਨੂੰ ਰਜਾ ਦਾ ਮਹਾਰਾਜ ਨੇ, ਭਾਵੇਂ ਕੋਈ ਪੈਸਾ ਦੇ ਕੇ ਜਾਵੇ, ਭਾਵੇਂ ਨਾ ਦੇ ਕੇ ਜਾਵੇ, ਡਜ਼ਨਟ ਮੈਟਰ, ਮਹਾਰਾਜ ਦੇ ਦਿੰਦੇ ਸਨ ਜੋ ਉਹਨਾਂ ਨੂੰ ਚਾਹੀਦਾ ਹੈ। ਦੌਲਤ ਖਾਂ ਦੇ ਖਰਚ ਨਾਲੋਂ ਵੀ ਪਰਮੇਸ਼ਰ ਦੀ ਨਿਮਿਤ ਖਰਾਇਤ ਬਹੁਤ ਹੋਵੇ। ਖਾਰੀਅਤ ਕਹਿੰਦੇ ਆ। ਖਾਰੀਅਤ ਇੱਥੇ ਜਿਹੜਾ ਸ਼ਬਦ ਵੀ ਇਹ ਜਿਹੜਾ ਹੈ ਉਰਦੂ ਵਿੱਚ, ਇਹਨੂੰ ਖਾਰੀਅਤ ਕਹਿੰਦੇ ਨੇ। ਖਾਰੀਅਤ ਹੁੰਦੀ ਹੈ ਵੀ ਡੋਨੇਸ਼ਨ। ਕਹਿੰਦੇ ਕੀ ਹੋਇਆ, ਹੁਣ ਦੌਲਤ ਖਾਂ ਇੱਕ ਨਵਾਬ ਹੈ, ਸਾਰਾ ਸ਼ਹਿਰ ਉਹਦੇ ਥੱਲੇ ਹੈ। ਹੁਣ ਉਹਦਾ ਖਰਚਾ ਹੈ, ਹਰ ਇੱਕ ਸ਼ਹਿਰ ਦਾ ਖਰਚਾ ਹੁੰਦਾ ਹੈ ਨਾ। ਉਹ ਟੈਕਸ ਲੈਂਦੇ ਨੇ ਤੇ ਲੋਕਾਂ ਨੂੰ ਫੈਸਿਲਿਟੀਜ਼ ਦਿੰਦੇ ਨੇ। ਇਹ ਕੰਮ ਤਾਂ ਅੱਜ ਚੱਲ ਰਿਹਾ ਹੈ। ਤੁਸੀਂ ਟੈਕਸ ਦਿੰਦੇ ਹੋ ਤੇ ਤੁਹਾਨੂੰ ਲੋਕਲ ਕੌਂਸਲ ਤੁਹਾਨੂੰ ਦਿੰਦੀ ਹੈ ਤੁਹਾਡੀਆਂ ਫੈਸਿਲਿਟੀਜ਼। ਤੁਹਾਡਾ ਗਾਬੇਜ ਚੱਕਦੇ ਨੇ, ਸੜਕਾਂ ਸਾਫ਼ ਕਰਦੇ ਨੇ, ਸੜਕਾਂ ਬਣਾਉਂਦੇ ਨੇ, ਖਾਲੇ ਸਾਫ਼ ਕਰਦੇ ਨੇ। ਇਸੇ ਤਰ੍ਹਾਂ ਹੀ ਦੌਲਤ ਖਾਂ ਚੱਲਦਾ ਸੀਗਾ। ਹੁਣ ਦੌਲਤ ਖਾਂ ਇੱਕ ਕੌਂਸਲ ਦਾ ਵੱਡਾ ਸੀ। ਸੋ ਉਹਨੇ ਜਦੋਂ ਦੇਖਿਆ, ਕਹਿੰਦਾ ਵੀ ਮੇਰਾ ਖਰਚਾ ਘੱਟ ਹੁੰਦਾ ਹੈ, ਗੁਰੂ ਨਾਨਕ ਸਾਹਿਬ ਦਾ ਡੋਨੇਸ਼ਨ ਜ਼ਿਆਦਾ ਹੁੰਦਾ। ਮਤਲਬ ਇਫ ਯੂ ਟੇਕ ਦ ਪਰਸੈਂਟੇਜ, ਉਹਦਾ ਖਰਚਾ ਘੱਟ ਸੀ। ਸਾਰੇ ਸ਼ਹਿਰ ਨੂੰ ਤਨਖਾਹਾਂ ਦੇਣੀਆਂ, ਨੌਕਰ ਰੱਖਣੇ, ਕੰਮ ਕਰਨੇ, ਉਹ ਵੀ ਘੱਟ ਸਨ। ਗੁਰੂ ਨਾਨਕ ਸਾਹਿਬ ਦਾ ਡੋਨੇਸ਼ਨ ਉਹਦੇ ਨਾਲੋਂ ਜ਼ਿਆਦਾ ਸੀ। ਇਫ ਯੂ ਟੇਕ ਇਨ ਮੋਨੀਟਰੀ ਜਿਹੜਾ ਹੈ ਪਰਪਸ ਵਿੱਚ ਕਰਕੇ ਦੇਖੀਏ ਤਾਂ ਇਹਦਾ ਖਰਚਾ ਜ਼ਿਆਦਾ ਸੀ, ਉਹਦਾ ਘੱਟ ਸੀ। ਇੱਕ ਦਿਨ ਖਾਨ ਦਾ ਦੀਵਾਨ ਜੋ ਹੈ ਸੀ, ਸੋ ਜਾਇ ਕੈ ਖਾਨ ਪਾਸ ਪੁਕਾਰਿਆ। ਸੋ ਦੌਲਤ ਖਾਨ ਦਾ ਇੱਕ ਦੀਵਾਨ ਸੀਗਾ, ਇੱਕ ਆਡੀਟਰ ਸੀ, ਅਕਾਊਂਟੈਂਟ ਸੀਗਾ। ਉਹਨੇ ਜਾ ਕੇ ਇੱਕ ਦਿਨ ਜਾ ਕੇ ਦੌਲਤ ਖਾਨ ਨੂੰ ਕਿਹਾ, ਕਹਿੰਦਾ ਦੇਖ ਤੂੰ ਤਾਂ ਲੁੱਟਿਆ ਜਾ ਰਿਹਾ ਹੈ, ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਲੁਟਾ ਰਿਹਾ ਹੈ ਨਾ ਤੈਨੂੰ, ਤੂੰ ਨਹੀਂ ਬਚੇਗਾ। ਕਿਉਂਕਿ ਸ਼ਹਿਰ ਦਾ ਖਰਚਾ ਘੱਟ ਆ, ਉਹਦਾ ਡੋਨੇਸ਼ਨ ਜ਼ਿਆਦਾ ਆ, ਉਹ ਤਾਂ ਡੋਨੇਸ਼ਨ ਦੇ ਹੀ ਜਾਂਦਾ ਸਾਰਿਆਂ ਨੂੰ। ਕਹਿੰਦੇ ਇਹ ਜਾ ਕੇ ਗੱਲ ਕੀਤੀ ਉਸਨੇ, ਜੀ ਜੈ ਰਾਮ ਦਾ ਜੋ ਸਾਲਾ ਇੱਕ ਆਇਆ ਹੈ। ਕਹਿਣ ਲੱਗੇ ਜੋ ਭਾਈ ਜੈ ਰਾਮ ਜੀ ਦਾ ਸਾਲਾ ਆਇਆ ਹੈ। ਹੁਣ ਸਾਲਾ ਕੌਣ ਸੀਗਾ? ਗੁਰੂ ਨਾਨਕ ਸਾਹਿਬ ਜੀ। ਕਹਿੰਦੇ ਕਿ ਜੋ ਭਾਈ ਜੈ ਰਾਮ ਜੀ ਦਾ ਸਾਲਾ ਆਇਆ ਹੈ, ਸਾਡਾ ਸਾਰਾ ਧਨ ਜੋ ਹੈ ਸੀ ਫਕੀਰਾਂ ਨੂੰ ਲੁਟਾਏ ਦਿੱਤਾ ਹੈ। ਉਹਨੇ ਸਾਰਾ ਧਨ ਜਿਹੜਾ ਸਾਡਾ ਸੀ ਨਾ ਫਕੀਰਾਂ ਨੂੰ ਦੇਤਾ। ਸਾਰੇ ਜਿਹੜਾ ਹਨ ਉਹ ਭਿਖਾਰੀਆਂ ਨੂੰ ਦੇਤਾ।
ਹਾਂਜੀ ਸੰਤਾਂ ਨੂੰ ਵੰਡਤਾ, ਉਹ ਬੰਦਿਆਂ ਨੂੰ ਦਿੱਤਾ ਜਿਹੜੇ ਪੈਸੇ ਨਹੀਂ ਵਾਪਸ ਦਿੰਦੇ। ਕਹਿੰਦੇ ਉਹਨਾਂ ਨੂੰ ਲੁਟਾਤਾ ਸਭ ਕੁਝ ਡੋਨੇਸ਼ਨ ਦੇ ਵਿੱਚ। ਸਿਪਾਹ ਦਾ ਖਰਚ 100 ਰੁਪਇਆ ਰੋਜ਼ ਉੱਠਦਾ ਹੈ। ਦੇਖੋ ਕਹਿੰਦੇ ਸਾਰੀ ਜਿੰਨੀ ਆਰਮੀ ਪੁਲਿਸ ਉੱਥੇ ਸੀਗੀ ਨਾ ਸੁਲਤਾਨਪੁਰ ਦੇ ਵਿੱਚ, ਉਹਦਾ ਖਰਚਾ 1 ਡੇ ਦਾ ਸੀ 100 ਰੁਪੀਸ, ਕਿਉਂਕਿ ਉਦੋਂ 100 ਰੁਪੀਸ ਬਹੁਤ ਵੱਡੇ ਸੀਗੇ। ਜਿਵੇਂ ਆਪ ਜੀ ਨੂੰ ਅੱਗੇ ਦੱਸਿਆ ਹੀ ਹੈ ਨਾ, ਕਹਿੰਦੇ 1 ਰੁਪਈਆ ਜਿਹੜਾ ਸੀਗਾ ਵਾਸ ਇਕੁਅਲੈਂਟ ਟੂ $70। $70 USD ਦਾ 1 ਰੁਪਈਆ ਬਣਦਾ ਸੀਗਾ। ਇੰਡੀਆ ਦੀ ਕਰੰਸੀ ਐਡੀ ਵੱਡੀ ਸੀ, ਹਾਂਜੀ। ਤੇ ਹੁਣ ਕਿੱਥੇ ਪਹੁੰਚ ਗਿਆ, ਹੁਣ ਤਾਂ ਉਲਟਾ ਹੋ ਕੇ ਵੀ ਹੋਰ ਵੀ ਥੱਲੇ ਚਲਿਆ ਗਿਆ, ਹਾਂਜੀ। ਸੋ ਕਹਿੰਦੇ ਵੀ ਇਹ ਜਿਹੜਾ ਖਰਚਾ ਹੈ, ਕਹਿੰਦੇ 100 ਰੁਪਈਆ ਤਾਂ ਸਾਰੇ ਸ਼ਹਿਰ ਦੀਆਂ ਤਨਖਾਹਾਂ ਦਾ ਆਉਂਦਾ ਹੈ, ਤੇ ਖਰੈਤ ਰੋਜ਼ 500 ਰੁਪਇਆ ਉੱਠਦਾ ਹੈ। ਤੇ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜਿਹੜਾ ਮੋਦੀ ਖਾਨਾ, ਉਹਦਾ ਖਰਚਾ ਹੈਗਾ 500 ਰੁਪੀਸ ਅ ਡੇ। That means ਜਿੰਨਾ ਗੁਰੂ ਨਾਨਕ ਸਾਹਿਬ ਜੀ ਵੰਡਦੇ ਸਨ ਨਾ, ਉਹ 5 times more than the whole city's expenditure, 5 ਵਾਰੀ ਜ਼ਿਆਦਾ ਸੀਗਾ ਉਹ ਖਰਚਾ। ਕਹਿੰਦੇ ਤੇ 100 ਰੁਪਈਆ ਤੇ 500 ਰੁਪਈਆ ਖਰਚਦਾ ਗੁਰੂ ਨਾਨਕ ਸਾਹਿਬ ਜੀ ਹਰ ਰੋਜ਼। ਜਾਂ ਖਾਨ ਨੇ ਜੈ ਰਾਮ ਨੂੰ ਸੱਦ ਕੇ ਪੁੱਛਿਆ, ਤੁਧ ਸਾਡਾ ਸਾਰਾ ਧਨੂ ਖਰਚ ਕਰ ਦਿੱਤਾ ਹੈ। ਤੇ ਉਹ ਦੌਲਤ ਖਾਨ ਨੇ ਕੀ ਕੀਤਾ, ਉਹਨੇ ਸਿੱਧਾ ਬਾਬਾ ਜੈ ਰਾਮ ਨੂੰ ਸੱਦਿਆ, ਕਿਉਂਕਿ ਬਾਬਾ ਜੈ ਰਾਮ ਜੀ ਨੇ ਰეკਮੈਂਡ ਕੀਤਾ ਸੀ ਗੁਰੂ ਨਾਨਕ ਸਾਹਿਬ ਜੀ ਨੂੰ। ਬਾਬਾ ਜੈ ਰਾਮ ਜੀ ਨੂੰ ਕਹਿੰਦਾ, ਦੌਲਤ ਖਾਨ ਤੂੰ ਤਾਂ ਸਾਨੂੰ ਲੁਟਾਤਾ, ਤੂੰ ਤਾਂ ਮੈਨੂੰ ਖਾਲੀ ਕਰ ਦੇਣਾ, ਮੇਰਾ ਸਾਰਾ ਹੀ ਧਨ ਤੂੰ ਗਰੀਬਾਂ ਨੂੰ ਵੰਡ ਦਿੱਤਾ, ਤੇਰੇ ਸਾਲੇ ਨੇ ਸਭ ਕੁਝ ਹੀ ਦੇ ਦਿੱਤਾ, ਮੈਨੂੰ ਤਾਂ ਲੁਟਾਤਾ ਤੁਸੀਂ। ਦੀਵਾਨ ਨਾਲ ਲੇਖਾ ਕਰੋ। ਹਾਂ ਕਹਿੰਦਾ ਮੈਂ ਆਡੀਟਰ ਸਾਦਾ ਹੈ, ਤੁਸੀਂ ਇਹ ਜਿਹੜਾ ਹੈ ਸਾਰੇ ਅਕਾਊਂਟਸ ਕਰੋ। ਮੈਂ ਅਕਾਊਂਟਸ ਕਰਨਾ ਚਾਹੁੰਦਾ ਹਾਂ, ਆਡੀਟਰਸ ਅਕਾਊਂਟੈਂਟਸ ਨੂੰ ਲਿਆ ਕੇ ਇਹਦਾ ਜਿਹੜਾ ਪੂਰਾ ਅਕਾਊਂਟ ਬੈਲੈਂਸ ਸ਼ੀਟ ਬਣਾਓ ਹੁਣ। ਤਾਂ ਜੈ ਰਾਮ ਨੇ ਬਾਬੇ ਨੂੰ ਕਹਿਆ, ਖਾਨ ਲੇਖਾ ਮੰਗਦਾ ਹੈ। ਬਾਬਾ ਜੈ ਰਾਮ ਨੇ ਜਾ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ, ਕਹਿੰਦੇ ਵੀ ਦੌਲਤ ਖਾਨ ਲੇਖਾ ਮੰਗਦਾ ਹੈ, ਕਹਿੰਦੇ ਵੀ ਆਪਾਂ ਅਕਾਊਂਟਸ ਕਰੀਏ ਹੁਣ। ਤਾਂ ਬਾਬੇ ਕਹਿਆ, ਮੈਂ ਲੇਖਾ ਦੇਵਾਂਗਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਲੇਖਾ ਦੇ ਦਾਂਗੇ, ਨੋ ਪ੍ਰੋਬਲਮ, ਸਾਰਾ ਲਿਖਿਆ ਹੋਇਆ, ਜਿੰਨਾ ਆਉਂਦਾ ਜਿੰਨਾ ਜਾਂਦਾ, ਜਿੰਨਾ ਮਾਨੀ ਆਉਂਦੇ ਮਾਨੀ ਜਾਂਦੇ, ਸਾਰਾ ਲਿਖਿਆ ਹੋਇਆ। ਕਹਿੰਦੇ ਸਾਡੇ ਕੋਲ ਸਭ ਕੁਝ ਲਿਖਾ ਹੈਗਾ, ਕਰਾ ਦਿੰਦੇ ਆ ਲੇਖਾ, ਇਹਦੇ ਵਿੱਚ ਕਿਹੜੀ ਗੱਲ ਹੈ। ਤਾਂ ਜਬ ਬਾਬੇ ਪਾਸੋਂ ਲੇਖਾ ਲੀਤਾ, ਤਾਂ ਦਸੂਣੇ ਪਦਾਰਥ ਸਭੇ ਘਰ ਵਿੱਚ ਪਏ ਹਨ। ਕਹਿੰਦੇ ਕੀ ਹੋਇਆ, ਜਦੋਂ ਲੇਖਾ ਕੀਤਾ ਨਾ, ਜਦੋਂ ਸਟਾਕ ਚੈੱਕ ਕੀਤਾ, ਸਟਾਕ ਚੈੱਕ ਕਰਨ ਤੋਂ ਬਾਅਦ ਉਹਨਾਂ ਨੂੰ ਇਹ ਪਤਾ ਲੱਗਿਆ ਜਿੰਨਾ ਸਮਾਨ ਉਹ ਕਹਿੰਦੇ ਸਨ ਵੀ ਚਲਿਆ ਗਿਆ, ਉਹ ਤੋਂ ਡਬਲ ਅੰਦਰ ਪਿਆ ਸੀ ਹਜੇ। ਉਹ ਮੋਦੀ ਖਾਨੇ ਵਿੱਚ ਡਬਲ ਸਮਾਨ ਹਜੇ ਪਿਆ ਸੀ, ਜਿਹੜਾ ਕਿ ਉਹਨਾਂ ਨੇ ਹਿਸਾਬ ਕੀਤਾ ਸੀ ਵੀ ਇਹ ਸਾਰਾ ਨਿਕਲ ਗਿਆ ਹੋਣਾ, ਉਹ ਤੋਂ ਡਬਲ ਸਟਾਕ ਹਜੇ ਪਿਆ ਸੀਗਾ ਹਜੇ ਮੋਦੀ ਖਾਨੇ ਦੇ ਵਿੱਚ। ਤੇ ਜਿਤਨੀ ਖਾਨ ਥੀ ਮਾਇਆ ਲੀਤੀ ਹੈ, ਉਹ ਵੀ ਖਾਨ ਦੇ ਖਰਚ ਲੱਗੀ ਹੈ। ਹਾਂ ਕਹਿੰਦੇ ਹੋਰ ਜਿੰਨੀ ਵੀ ਜਿਹੜੀ ਹੈ ਮਾਇਆ ਦੌਲਤ ਖਾਨ ਨੇ ਦਿੱਤੀ ਮੋਦੀ ਖਾਨਾ ਚਲਾਉਣ ਵਾਸਤੇ, ਜਾਂ ਉਹਦਾ ਇਨਵੈਸਟਮੈਂਟ ਫੰਡ ਜਿਹੜੇ ਸੀਗੇ ਨਾ, ਜਿਹੜੇ ਉਹਨੇ ਮੋਦੀ ਖਾਨੇ ਵਿੱਚ ਪਾਏ ਦੌਲਤ ਖਾਨ ਨੇ, ਕਹਿੰਦੇ ਉਹ ਤੋਂ ਜਿਹੜੀ ਜਿੰਨੀ ਵੀ ਲਈ, ਜਿੰਨਾ ਵੀ ਖਰਚਾ ਉਹਦਾ ਹੋਇਆ, ਹੁਣ ਕੈਸ਼ ਇਨ ਐਂਡ ਆਊਟ ਦਾ ਜਦੋਂ ਇਹ ਜਿਹੜਾ ਅਕਾਊਂਟਸ ਹੋਏ, ਤੇ 10,000 ਰੁਪਇਆ ਵਧੇਕ ਵੀ ਖਾਨ ਵੱਲ ਲਹਿਣਾ ਨਿਕਲਦਾ ਹੈ। ਕੀ ਹੋਇਆ ਜੀ, ਉਹਦੇ ਵਿੱਚੋਂ ਸਾਰੇ ਅਕਾਊਂਟਸ ਕਰਕੇ ਗੁਰੂ ਨਾਨਕ ਸਾਹਿਬ ਦੀ ਪ੍ਰੋਫਿਟ 10,000 ਰੁਪੀਸ ਆਈ। ਸਾਰਾ ਖਰਚਾ ਕਰਕੇ ਵੀ ਗੁਰੂ ਨਾਨਕ ਸਾਹਿਬ ਦੀ ਪ੍ਰੋਫਿਟ ਆਈ 10,000। ਸਾਰਾ ਦੌਲਤ ਖਾਨ ਦਾ ਖਰਚਾ ਵੀ ਕੱਢਤਾ, ਉਹਦਾ ਇਨਵੈਸਟਮੈਂਟ ਤੋਂ ਪ੍ਰੋਫਿਟ ਵੀ ਕੱਢਤਾ, ਬਕਾਇਦਾ ਜਿਹੜਾ ਆਇਆ ਬੈਲੈਂਸ ਜਿਹੜਾ ਆਇਆ 10,000 ਰੁਪੀਸ ਐਕਸਟਰਾ ਆਏ ਪ੍ਰੋਫਿਟ ਪਲੱਸ। ਹਾਂਜੀ ਫਿਰ ਤਾਂ ਖਾਨ ਆਖਿਆ, ਭਾਈ ਇਹੋ ਕੋਈ ਵੱਡਾ ਵਲੀ ਹੈ। ਹੁਣ ਦੌਲਤ ਖਾਨ ਹੀ ਦੇਖ ਕੇ ਨਾ ਹੈਰਾਨ ਹੋ ਗਿਆ, ਉਹ ਕਹਿੰਦਾ ਇਹ ਕੋਈ ਆਮ ਇਨਸਾਨ ਨਹੀਂ ਹੋ ਸਕਦਾ, ਕਹਿੰਦਾ ਇਹ ਤਾਂ ਕੋਈ ਵਲੀ, ਕੋਈ ਪ੍ਰੋਫਿਟ ਹੈ। ਦੌਲਤ ਖਾਨ ਕਹਿੰਦਾ ਇਹ ਪ੍ਰੋਫਿਟ ਹੈ, ਕਿਉਂਕਿ ਮੇਰੀ ਅੱਖਾਂ ਦੇ ਸਾਹਮਣੇ ਲੋਕ ਫ੍ਰੀ ਖਾਣਾ ਲਿਜਾਈ ਜਾਂਦੇ ਨੇ, ਸਮਾਨ ਲਈ ਜਾਂਦੇ ਨੇ, ਇੰਨਾ ਫਾਇਦਾ ਤਾਂ ਮੈਨੂੰ ਕਿਤੇ ਹੋਇਆ ਹੀ ਨਹੀਂ, ਐਂਡ ਲੌਜੀਕਲੀ ਕਿਤੇ ਇੰਨਾ ਫਾਇਦਾ ਹੋ ਹੀ ਨਹੀਂ ਸਕਦਾ। ਕਹਿੰਦਾ ਇਹ ਵਲੀ ਹੈ, ਇਹ ਕੋਈ ਪ੍ਰੋਫਿਟ ਹੈ। ਇਸ ਨੂੰ ਮੇਰੀ ਦੀਵਾਨਗੀ ਵੀ ਦੇਹੋ। ਕੀ ਹੋਇਆ ਨਾ, ਦੌਲਤ ਖਾਨ ਕਹਿੰਦਾ ਮੇਰੀ ਦੀਵਾਨਗੀ, ਮਤਲਬ ਉਹਦਾ ਪ੍ਰਾਈਮ ਮਿਨਿਸਟਰ ਦਾ ਜਿਹੜਾ ਪੋਜੀਸ਼ਨ ਸੀਗਾ ਨਾ, ਜਿਵੇਂ ਦੌਲਤ ਖਾਨ ਇੱਥੇ ਆ, ਦ ਸੈਕੰਡ ਪੋਜੀਸ਼ਨ ਫਰੋਮ ਦੌਲਤ ਖਾਨ, ਕਹਿੰਦਾ ਇਹ ਦੀਵਾਨਗੀ ਵੀ ਇਹਨੂੰ ਦੋ, ਮੇਕ ਹਿਮ ਦ ਪ੍ਰਾਈਮ ਮਿਨਿਸਟਰ। ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦਾ ਇਹਨੂੰ ਉਹ ਅਹੁਦਾ ਦੋ, ਇਹ ਤਾਂ ਸੁਲਤਾਨਪੁਰ ਨੂੰ ਕਿੱਥੇ ਦਾ ਕਿੱਥੇ ਲੈ ਜਾਏਗਾ। ਹਾਂਜੀ, ਇੱਕ ਮੋਦੀ ਖਾਨੇ ਵਿੱਚ ਇੰਨਾ ਫਾਇਦਾ ਕਰਾਤਾ, ਜੇ ਸੁਲਤਾਨਪੁਰ ਦਾ ਵੱਡਾ ਬਣ ਜਾਏਗਾ, ਸੁਲਤਾਨਪੁਰ ਤਾਂ ਵੱਡੀ ਸਿਟੀ ਬਣ ਜਾਏਗੀ। ਹਾਂਜੀ, ਕਹਿੰਦੇ ਇਹਨੂੰ ਉਹ ਪੋਜੀਸ਼ਨ ਦੋ ਹੁਣ। ਤਾਂ ਬਾਬੇ ਕਹਿਆ, ਮੈਂ ਤੁਹਾਡਾ ਕੰਮ ਨਹੀਂ ਲੈਂਦਾ। ਦੇਖੋ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਾ ਨਵਾਬ ਨੂੰ, ਮੈਂ ਤੁਹਾਡਾ ਕੰਮ ਨਹੀਂ ਕਰਨਾ, ਮੈਂ ਹੁਣ ਤੁਹਾਡੇ ਨਾਲ ਕੰਮ ਕਰਨਾ ਹੀ ਨਹੀਂ ਚਾਹੁੰਦਾ। ਉਹ ਤਾਂ ਐਡੀ ਵੱਡੀ ਪੋਜੀਸ਼ਨ ਦੇ ਰਿਹਾ ਹੈ, ਤੇ ਮਹਾਰਾਜ ਕਹਿੰਦੇ ਮੈਂ ਤੇਰਾ ਕੰਮ ਕਰਨਾ ਹੀ ਨਹੀਂ, ਹੁਣ ਤੇਰਾ ਕੰਮ ਮੈਂ ਛੱਡਿਆ ਹੁਣ। ਕਿਉਂ ਜੋ ਤੁਸਾਨੂੰ ਕਿਸੇ ਤੇ ਵਿਸਾਹੋ ਨਹੀਂ। ਕਿਉਂ ਨਹੀਂ ਕਰਨਾ, ਕਹਿੰਗੇ ਤੂੰ ਕਿਸੇ ਨੂੰ ਟਰਸਟ ਨਹੀਂ ਕਰਦਾ, ਤੂੰ ਮੇਰੇ ਤੇ ਸ਼ੱਕ ਕੀਤਾ, ਇਸ ਕਰਕੇ ਮੈਂ ਤੇਰਾ ਕੰਮ ਕਰਨਾ ਹੀ ਨਹੀਂ।
ਤੂੰ ਭਾਵੇਂ ਮੈਨੂੰ ਜੋ ਮਰਜ਼ੀ ਪੋਜੀਸ਼ਨ ਦੇ ਦੇ, ਜੋ ਮਰਜ਼ੀ ਤੂੰ ਮੈਨੂੰ ਤਨਖਾਹ ਦੇ ਦੇ, ਮੈਂ ਤੇਰਾ ਕੰਮ ਨਹੀਂ ਹੁਣ ਕਰਾਂਗਾ। ਤਾਂ ਬਾਬੇ ਮੋਦੀ ਖਾਨਾ ਸਭ ਛੋੜ ਦਿੱਤਾ। ਤੇ ਬਾਬੇ ਗੁਰੂ ਨਾਨਕ ਸਾਹਿਬ ਨੇ ਮੋਦੀ ਖਾਨੇ ਦਾ ਕੰਮ ਛੱਡ ਦਿੱਤਾ ਫਿਰ। ਤੇ ਜੇ ਸੰਤਾਂ ਪਾਸ ਜਾਏ ਤਾਂ ਉੱਥੇ ਹੀ ਬੈਠਾ ਰਹੇ। ਹੁਣ ਗੁਰੂ ਨਾਨਕ ਸਾਹਿਬ ਜੀ ਵਿਹਲੇ ਹੋ ਗਏ, ਸੁਲਤਾਨਪੁਰ ਵਿੱਚ ਕੋਈ ਕੰਮ ਨਹੀਂ। ਜਿੱਥੇ ਘਰ ਜਿਹੜਾ ਹਾਂ ਕਹਿੰਦੇ ਜਿੱਥੇ ਜਾਂਦੇ ਨੇ, ਜਿੱਥੇ ਸੰਤ ਲੋਕ ਬੈਠੇ ਹੁੰਦੇ ਨੇ, ਗੁਰੂ ਨਾਨਕ ਉੱਥੇ ਜਾ ਕੇ ਬਹਿ ਜਾਂਦੇ ਹਨ। ਜੇ ਘਰ ਵਿੱਚ ਬੈਠੇ ਤਾਂ ਉੱਥੇ ਹੀ ਕਈ ਦਿਨ ਸਮਾਧੀ ਲੱਗੀ ਰਹੇ। ਕਹਿਣਗੇ ਜੇ ਘਰ ਵਿੱਚ ਬੈਠੇ ਨੇ ਚੌਂਕੜਾ ਮਾਰ ਲੈਣਾ, ਕਈ ਦਿਨ ਮਹਾਰਾਜ ਨੇ ਸਮਾਧੀ ਵਿੱਚ ਬੈਠੇ ਰਹਿਣਾ, ਚੌਂਕੜਾ ਮਾਰ ਕੇ ਬਸ ਸਮਾਧੀ 'ਚ ਬੈਠੇ ਰਹਿੰਦੇ ਸਨ। ਇੱਕ ਦਿਨ ਖਾਨ ਨੇ ਬਾਬੇ ਨੂੰ ਸਦਾਏ ਭੇਜਿਆ। ਇੱਕ ਦਿਨ ਜਿਹੜਾ ਹੈ ਦੌਲਤ ਖਾਨ ਨੇ ਨਾ ਗੁਰੂ ਨਾਨਕ ਨੂੰ ਸੱਦਿਆ, ਕੋਈ ਬੰਦਾ ਭੇਜਿਆ, ਕਹਿੰਦਾ ਗੁਰੂ ਨਾਨਕ ਨੂੰ ਸੱਦ ਕੇ ਲਿਆਓ। ਤਾਂ ਬਾਬੇ ਦੇ ਬੈਠਿਆਂ ਕਾਜੀ ਪੀ ਆਇਆ। ਸੋ ਗੁਰੂ ਨਾਨਕ ਸਾਹਿਬ ਨਾਲ ਦੌਲਤ ਖਾਨ ਬੈਠਾ ਹੈ। ਉਦੋਂ ਡੇ ਸੀਗਾ ਫਰਾਈਡੇ ਵਾਲਾ ਦਿਨ ਸੀਗਾ, ਜੁਮੇ ਵਾਲਾ ਦਿਨ ਸੀਗਾ, ਤੇ ਜਿਹਨੂੰ ਆਪਾਂ ਸ਼ੁੱਕਰਵਾਰ ਕਹਿੰਦੇ ਹਾਂ। ਸੋ ਕਹਿੰਦੇ ਕੀ ਹੋਇਆ ਜੀ, ਉਹ ਬੈਠੇ ਸਨ ਤੇ ਕਾਜੀ ਆ ਗਿਆ। ਹੁਣ ਕਾਜੀ ਹੁੰਦਾ ਨਾ ਜਿਹੜਾ ਮੂਹਰੇ ਖੜ ਕੇ ਨਮਾਜ਼ ਪੜ੍ਹਦਾ ਹੈ, ਉਹ ਕਾਜੀ ਆ ਗਿਆ ਫਿਰ। ਤੇ ਖਾਨ ਭੀ ਪੇਸ਼ੀ ਦੀ ਨਮਾਜ਼ ਪੜ੍ਹਨ ਲੱਗਾ। ਸੋ ਉਸ ਵੇਲੇ ਜਦੋਂ ਕਾਜੀ ਆ ਗਿਆ ਨਾ, ਸਾਰੇ ਉੱਠ ਕੇ ਮਸਜਿਦ ਨੂੰ ਚਲੇ ਗਏ। ਮਸਜਿਦ ਨੂੰ ਜਾ ਕੇ ਉਹਨਾਂ ਨੇ ਜਿਹੜਾ ਹਨ ਫਰਾਈਡੇ ਦੀ ਨਮਾਜ਼ ਪੜ੍ਹਨੀ ਸੀਗੀ। ਸੋ ਸਾਰੇ ਇਕੱਠੇ ਹੋ ਗਏ ਜੀ ਕਾਜੀ ਸਮੇਤ, ਹਾਂਜੀ ਮਸਜਿਦ ਨੂੰ ਚਲੇ ਗਏ। ਤਾਂ ਬਾਬਾ ਦੇਖ ਕੇ ਹੱਸਿਆ। ਹਾਂਜੀ ਉਸ ਵੇਲੇ ਜਦੋਂ ਇਹ ਨਮਾਜ਼ ਪੜ੍ਹਨ ਲੱਗੇ ਨਾ, ਜਦੋਂ ਇਹ ਨੀਵੇਂ ਹੋਏ, ਹਾਂਜੀ ਜਾਂ ਗੋਡਿਆਂ ਦੇ ਭਾਰ ਖੜੇ ਹੋਏ, ਫਿਰ ਆਏ ਇਹਨਾਂ ਨੇ ਮੱਥਾ ਜਾ ਟੇਕਿਆ ਤੇ ਗੁਰੂ ਨਾਨਕ ਸਾਹਿਬ ਜੀ ਹੱਸਣ ਲੱਗ ਪਏ। ਸੋ ਉਹ ਨਮਾਜ਼ ਪੜ੍ਹ ਰਹੇ ਨੇ ਤੇ ਗੁਰੂ ਨਾਨਕ ਦੇਵ ਜੀ ਹੱਸ ਰਹੇ ਨੇ। ਸੋ ਮਹਾਰਾਜ ਦੇ ਹੱਸਦਿਆਂ ਹੋਇਆਂ ਤਾਂ ਕਾਜੀ ਕਹਿਆ ਡਿਠਾ ਖਾਨ ਇਹੋ ਕਾਫਰ ਸਾਡੀ ਨਮਾਜ਼ ਨੂੰ ਹੱਸਿਆ ਹੈ। ਉਹ ਕਾਜੀ ਨੂੰ ਗੁੱਸਾ ਚੜ ਗਿਆ ਜਦੋਂ ਉਹਨੇ ਦੇਖਿਆ ਨਾ ਗੁਰੂ ਨਾਨਕ ਹੱਸ ਰਿਹਾ ਸਾਡੀ ਨਮਾਜ਼ ਤੇ। ਉਹ ਕਹਿੰਦਾ ਇਹ ਕਾਫਰ ਹੈ। ਕਹਿੰਦਾ ਦੌਲਤ ਖਾਨ ਨੂੰ ਕਹਿੰਦਾ ਨਵਾਬ ਜੀ ਦੇਖ ਇੱਕ ਕਾਫਰ ਹੈ, ਸਾਡੀ ਨਮਾਜ਼ ਤੇ ਹੱਸ ਰਿਹਾ ਹੈ, ਅਸੀਂ ਨਮਾਜ਼ ਪੜ੍ਹ ਰਹੇ, ਇਹ ਹੱਸ ਰਿਹਾ ਸਾਡੀ ਨਮਾਜ਼ ਤੇ। ਤਾਂ ਖਾਨ ਪੁੱਛਿਆ ਬਾਬਾ ਜੀ ਤੁਸੀਂ ਸਾਡੀ ਨਮਾਜ਼ ਨੂੰ ਕਿਉਂ ਹੱਸੇ ਹੋ? ਤੇ ਫਿਰ ਦੌਲਤ ਖਾਨ ਪੁੱਛਦਾ ਗੁਰੂ ਨਾਨਕ ਸਾਹਿਬ ਜੀ ਨੂੰ, ਕਹਿੰਦੇ ਮਹਾਰਾਜ ਤੁਸੀਂ ਸਾਡੀ ਨਮਾਜ਼ ਤੇ ਕਿਉਂ ਹੱਸਦੇ ਹੋ, ਕੀ ਕਾਰਨ ਹੈ, ਵਾਈ ਯੂ ਲਾਫਿੰਗ? ਹਾਂਜੀ ਫਿਰ ਤਾਂ ਬਾਬੇ ਕਹਿਆ ਜਿਸ ਵੇਲੇ ਤੁਸੀਂ ਉਜੂ ਕਰਦੇ ਸੋ ਉਸ ਵੇਲੇ ਤੁਹਾਡਾ ਮਨ ਨਮਾਜ਼ ਵੱਲ ਹੈ ਸੀ। ਤੇ ਮਹਾਰਾਜ ਨੇ ਪੁੱਛਿਆ ਵਾਪਸ ਦੌਲਤ ਖਾਨ ਤੇ ਕਾਜੀ ਨੂੰ, ਕਹਿੰਦੇ ਜੇ ਤੁਸੀਂ ਵੁਜੂ ਕਰਦੇ ਸੀ ਨਾ, ਵੁਜੂ ਮੀਨਸ ਤੁਸੀਂ ਮੱਥਾ ਟੇਕ ਰਹੇ ਹੋ ਨੀਵੇਂ ਹੋ ਕੇ ਥੱਲੇ ਨੂੰ, ਕਹਿੰਦੇ ਉਸ ਵੇਲੇ ਤੁਹਾਡਾ ਮਨ ਟਿਕਿਆ ਹੋਇਆ ਸੀਗਾ? was your mind intact? was you having a focused mind? ਹੁਣ ਤੁਸੀਂ ਨਮਾਜ਼ ਪੜ੍ਹ ਰਹੇ ਹੋ, ਤੁਹਾਡਾ ਮਾਈਂਡ ਫੋਕਸ ਆ ਨਮਾਜ਼ ਤੇ, ਜਾਂ ਤੁਸੀਂ ਉਸ ਵੇਲੇ ਖੁਦਾ ਨੂੰ ਯਾਦ ਕਰ ਰਹੇ ਹੋ? ਹਾਂਜੀ ਪੁੱਛਿਆ ਮੁੜ ਕੇ ਉਹਨਾਂ ਨੂੰ ਸਵਾਲ। ਤਾਂ ਤੁਹਾਡੇ ਉੱਪਰ ਖੁਦਾਏ ਪ੍ਰਸੰਨ ਸੀ। ਹਾਂ ਕਹਿੰਗੇ ਤਾਂ ਤੁਹਾਡੇ ਜੇ ਤੁਹਾਡਾ ਮਨ ਜੁੜਿਆ ਹੋਇਆ ਤਾਂ ਉਹ ਖੁਦਾ ਤੁਹਾਡੇ ਤੇ ਖੁਸ਼ ਹੋਵੇਗਾ। ਪਰ ਜੇ ਤੁਸੀਂ ਨਮਾਜ਼ ਪੜ੍ਹਨ ਲੱਗੇ ਹੋ ਤਾਂ ਤੁਹਾਡੀ ਨਮਾਜ਼ ਕਬੂਲ ਨਹੀਂ ਪਈ। ਹਾਂ ਕਹਿਣਗੇ ਜੇ ਤੁਹਾਡਾ ਮਨ ਟਿਕਿਆ ਹੋਇਆ ਨਹੀਂ ਫਿਰ ਤੁਹਾਡੀ ਨਮਾਜ਼ ਪੜ੍ਹੀ ਵੀ ਕਬੂਲ ਨਹੀਂ ਹੁੰਦੀ, ਖੁਦਾ ਨੂੰ ਵੀ ਕਬੂਲ ਨਹੀਂ ਤੁਹਾਡੀ ਨਮਾਜ਼। ਹਾਂਜੀ ਉਹ ਵੀ ਤੁਹਾਡੀ ਨਮਾਜ਼ ਨੂੰ ਐਕਸੈਪਟ ਨਹੀਂ ਕਰਦਾ ਜੇ ਤੁਸੀਂ ਆਪਣੇ ਮਨ ਦੇ ਕਨਸੈਂਟਰੇਸ਼ਨ ਦੇ ਨਾਲ, ਫੋਕਸ ਮਾਈਂਡ ਦੇ ਨਾਲ ਤੁਸੀਂ ਨਾ ਨਮਾਜ਼ ਪੜੋ। ਫਿਰ ਤਾਂ ਬਾਬੇ ਕਹਿਆ ਕਾਜੀ ਨੂੰ ਇਹਨਾਂ ਦਾ ਇਮਾਮ ਤੂੰ ਹੈ। ਹੁਣ ਦੇਖੋ ਮਹਾਰਾਜ ਨੇ ਕਾਜੀ ਨੂੰ ਕਿਹਾ, ਕਾਜੀ ਨੂੰ ਕਹਿੰਦਾ ਇਹ ਸਾਰੇ ਜਿੰਨੇ ਵੀ ਮੁਸਲਮਾਨ ਖੜੇ ਆ ਨਾ ਨਮਾਜ਼ ਪੜ੍ਹਨ ਵਾਸਤੇ, ਤੂੰ ਸਭ ਤੋਂ ਮੂਹਰੇ ਖੜ ਕੇ ਨਮਾਜ਼ ਪੜ੍ਹ ਰਿਹਾ ਤੇ ਤੂੰ ਇਹਨਾਂ ਸਾਰਿਆਂ ਦਾ ਇਮਾਮ ਹੈ। ਤੇ ਜਦੋਂ ਤੂੰ ਇਮਾਮ ਹੋ ਕੇ ਤੂੰ ਮੂਹਰੇ ਖੜ ਕੇ ਨਮਾਜ਼ ਪੜ੍ਹ ਰਿਹਾ ਹਾਂ, ਕਹਿਣ ਲੱਗੇ ਇਹ ਜਿਹੜਾ ਹੈ ਤੇਰਾ ਫਰਜ਼ ਬਣਦਾ ਹੈ ਕਿ ਤੂੰ ਚੰਗੀ ਤਰ੍ਹਾਂ ਨਮਾਜ਼ ਪੜ੍ਹੇ, ਤੇਰਾ ਤਾਂ ਮਨ ਜੁੜਿਆ ਚਾਹੀਦਾ ਨਾ। ਫਿਰ ਤੇਰੇ ਘਰ ਘੋੜੀ ਸੂਈ ਸੀ। ਮਹਾਰਾਜ ਨੇ ਦੱਸਿਆ ਕਾਜੀ ਉਸ ਵੇਲੇ ਕੀ ਕਰ ਰਿਹਾ ਸੀ ਵਿਚਾਰਾ, ਮੂਹਰੇ ਖੜ ਕੇ ਸਾਰਿਆਂ ਦੇ ਨਮਾਜ਼ ਪੜ੍ਹ ਰਿਹਾ ਸੀਗਾ। ਉਹਦਾ ਮਨ ਜਿਹੜਾ ਸੀ ਉਹਦੇ ਘਰ ਵਿੱਚ ਬੈਠਾ ਸੀ, ਘਰ ਵਿੱਚ ਉਹਦੀ ਘੋੜੀ ਸੂਈ ਹੈ। ਹਾਂਜੀ ਉਹਦੀ ਘੋੜੀ ਨੇ ਜਿਹੜਾ ਬਰਥ ਦਿੱਤਾ ਬਛੜੇ ਨੂੰ, ਤੇ ਉਸ ਵੇਲੇ ਉਹ ਆਪਣੇ ਬਛੜੀ ਬਾਰੇ ਸੋਚ ਰਿਹਾ ਸੀ। ਤੇਰੇ ਘਰ ਵਿੱਚ ਖੂਹਾ ਹੈ ਸੀ। ਕਾਜੀ ਦਾ ਮਨ ਕਿੱਥੇ ਸੀਗਾ? ਕਹਿੰਦਾ ਉੱਥੇ ਖੂਹ ਹੈ, ਇੱਕ ਵੈਲ ਹੈ ਜਿੱਥੇ ਇਹਦਾ ਸਟੇਬਲ ਬਣਿਆ ਹੋਇਆ ਨਾ, ਜਿੱਥੇ ਘੋੜੀ ਨੇ ਸੂਈ ਆ ਉੱਥੇ ਕੋਲ ਇੱਕ ਵੈਲ ਹੈ, ਇੱਕ ਖੂਹੀ ਹੈ। ਤੇਰਾ ਧਿਆਨ ਉਧਰ ਗਿਆ ਸੀ। ਕਹਿੰਦੇ ਤੇਰਾ ਧਿਆਨ ਉੱਥੇ ਸੀ ਕਿਤੇ ਉਹ ਬਛੜਾ ਉਹ ਵੈਲ ਦੇ ਵਿੱਚ ਨਾ ਡਿੱਗ ਪਵੇ, ਤੈਨੂੰ ਇਹ ਫਿਕਰ ਲੱਗਿਆ ਹੋਇਆ ਸੀ। ਮੱਤ ਮੇਰੀ ਬਛੇਰੀ ਖੂਹ ਵਿੱਚ ਪੈ ਜਾਂਦੀ ਹਾਂ ਕਹਿਣਗੇ ਕਿਤੇ ਮੇਰੀ ਬਛੇਰੀ ਜਿਹੜੀ ਹੈ ਜਿਹੜੇ ਹਨ ਤਿਲਕ ਕੇ ਕਿਤੇ ਵਿੱਚ ਨਾ ਖੂਹ ਚ ਪੈ ਜਾਓ, ਮਰ ਜੂਗੀ ਵਿਚਾਰੀ। ਜੇ ਇਮਾਮ ਦਾ ਮਨ ਨਾ ਠਹਿਰਿਆ ਤਾਂ ਹੋਰਨਾਂ ਦੀ ਨਮਾਜ਼ ਕਿੱਥੋਂ ਕਬੂਲ ਪਵੇ? ਮਹਾਰਾਜ ਕਹਿੰਦੇ ਜੇ ਇਮਾਮ ਦਾ ਮਨ ਹੀ ਘਰ ਵਿੱਚ ਬੈਠਾ ਸੀ ਘੋੜੀ ਨੂੰ ਯਾਦ ਕਰਦਾ ਤੇ ਜਿਹੜਾ ਹਨ ਬਾਕੀਆਂ ਦੀ ਨਮਾਜ਼, ਬਾਕੀਆਂ ਦਾ ਧਿਆਨ ਕਿੱਥੇ ਲੱਗਣਾ ਸੀ? ਜਦੋਂ ਵੱਡਾ ਮੂਹਰੇ ਖੜਾ ਜਿਹੜਾ ਨਮਾਜ਼ ਪੜ੍ਹਿਆ ਉਹੀ ਆਪਣੇ ਘਰ ਵਿੱਚ ਜਿਹੜਾ ਹਨ ਆਪਣੀ ਬਛੜੀ ਨੂੰ ਦੇਖ ਰਿਹਾ ਸੀਗਾ, ਤਾਂ ਹੋਰਾਂ ਦਾ ਮਨ ਕਿੱਥੇ ਲੱਗੇਗਾ?
ਹਾਂਜੀ ਸੋ ਇਸ ਕਰਕੇ ਫਿਰ ਤਾਂ ਖਾਨ ਕਹਿਆ ਕਾਜੀ ਇਹੋ ਵਲੀ ਪੈਦਾ ਹੋਇਆ ਹੈ। ਤੇ ਉਸ ਵੇਲੇ ਦੌਲਤ ਖਾਨ ਹੱਸਣ ਲੱਗ ਪਿਆ, ਕਹਿੰਦਾ ਕਾਜੀ ਨੂੰ, ਕਾਜੀ ਇਹ ਵਲੀ ਹੈ, ਪ੍ਰੋਫਿਟ ਹੈ, ਇਹ ਬਿਲਕੁਲ ਜਾਣਦਾ ਤੇਰਾ ਮਨ ਕਿੱਥੇ ਬੈਠਾ ਸੀ। ਹਾਂਜੀ ਤੈਨੂੰ ਐਗਜ਼ੈਕਟਲੀ ਡਿਟੇਲ ਨਾਲ ਦੱਸਦਾ ਤੂੰ ਉਸ ਵੇਲੇ ਕੀ ਸੋਚ ਰਿਹਾ ਸੀਗਾ। ਕਹਿੰਦੇ ਸੋ ਇਹਦੇ ਨਾਲ ਤੂੰ ਝੂਠ ਨਹੀਂ ਬੋਲ ਸਕਦਾ। ਦੇਖੋ ਇਸੇ ਤਰ੍ਹਾਂ ਹੀ ਹੈ, ਜਿਵੇਂ ਆਪਣਾ ਕੋਈ ਗ੍ਰੰਥੀ ਸਿੰਘ ਅਰਦਾਸ ਕਰ ਰਿਹਾ ਹੈ ਨਾ ਗੁਰਦੁਆਰੇ ਵਿੱਚ, ਹੁਣ ਸਾਰੇ ਖੜੇ ਨੇ, ਗ੍ਰੰਥੀ ਸਿੰਘ ਦੀ ਡਿਊਟੀ ਆ ਅਰਦਾਸ ਕਰ। ਜੇ ਗ੍ਰੰਥੀ ਸਿੰਘ ਦਾ ਮਨ ਨਹੀਂ ਜੁੜਿਆ ਹੋਇਆ ਫਿਰ ਤੁਸੀਂ ਕੀ ਕਰੋਗੇ? ਹੁਣ ਗ੍ਰੰਥੀ ਸਿੰਘ ਜਿਹੜਾ ਹੈ ਉਹ ਆਪਣੇ ਮਨ ਵਿੱਚ ਹੋਰ ਤਰ੍ਹਾਂ ਦੀਆਂ ਗੱਲਾਂ ਸੋਚੀ ਜਾਂਦਾ, ਖੜਾ ਵਿਚਾਰਾ, ਉਹ ਅਰਦਾਸ ਕਰ ਰਿਹਾ ਹੈ। ਤੇ ਅਰਦਾਸ ਕਿਵੇਂ ਹੁੰਦੀ ਹੈ ਜੀ? ਯਾਦ ਕੀਤੀ ਹੁੰਦੀ ਹੈ, ਰਾਈਟ, ਮੈਮੋਰਾਈਜ਼ ਕੀਤੀ ਹੁੰਦੀ ਹੈ। ਸੋ ਉਹਨੇ ਖੜ ਕੇ ਉਹੀ ਅਰਦਾਸ ਪੜ੍ਹ ਦੇਣੀ ਹੈ। ਤੇ ਆਪਾਂ ਸਾਰੇ ਪਿੱਛੇ ਖੜੇ ਆ ਨਾ ਅਰਦਾਸ ਦੇ ਵਿੱਚ। ਜੇ ਉਹ ਅਰਦਾਸੀਏ ਜੀ ਨਹੀਂ ਮਨ ਜੁੜਿਆ ਹੋਇਆ ਫਿਰ ਕੀ ਹੋਊਗਾ? ਫਿਰ ਤਾਂ ਹੀ ਆਪਾਂ ਕਹਿੰਦੇ ਆ ਨਾ, ਕਈ ਵਾਰੀ ਆਪਾਂ ਗੁਰੂ ਨੂੰ ਦੋਸ਼ੀ ਕਹਿ ਦਿੰਦੇ ਆ ਕਿ ਉਹ ਗੁਰੂ ਅੱਗੇ ਮੈਂ ਅਰਦਾਸ ਕੀਤੀ, ਮੇਰੀ ਅਰਦਾਸ ਪੂਰੀ ਨਹੀਂ ਹੋਈ। ਹੁਣ ਗੁਰੂ ਤਾਂ ਨਹੀਂ ਨਾ ਦੋਸ਼ੀ, ਕਿਉਂਕਿ ਗੱਲ ਤਾਂ ਸਾਰੀ ਮਨ ਦੀ ਆ ਨਾ। ਜਿੱਥੇ ਮਨ ਬੈਠਾ ਹੋਊਗਾ, ਜੇ ਹੋਰ ਕੋਈ ਨਹੀਂ ਜਾਣਦਾ, ਜਿਹਦੇ ਅੱਗੇ ਤੂੰ ਅਰਦਾਸ ਕਰ ਉਹ ਤਾਂ ਜਾਣਦਾ ਨਾ ਤੂੰ ਕਿੱਥੇ ਤੁਰਿਆ ਫਿਰਦਾ। ਉਹੀ ਤਾਂ ਗੁਰੂ ਨਾਨਕ ਤੇਰੇ ਸਾਹਮਣੇ ਬੈਠਾ, ਹੀ ਨੋਸ ਵੇਅਰ ਯੋਰ ਮਾਈਂਡ ਇਜ਼। ਤੁਸੀਂ ਉਹਨਾਂ ਤੋਂ ਤਾਂ ਨਹੀਂ ਭੱਜ ਸਕਦੇ ਨਾ। ਸੋ ਯੂ ਹੈਵ ਟੂ ਬੀ ਸਿੰਸੀਅਰ ਨਾ। ਤਾਂ ਹੀ ਬੰਦੇ ਕਹਿੰਦੇ ਵੀ ਆਪਾਂ ਨੂੰ ਸਿੰਸੀਅਰ ਹੋਣਾ ਪੈਣਾ ਹੈ। ਇਹ ਸਿੰਸੀਅਰਿਟੀ ਬਹੁਤ ਇੰਪੋਰਟੈਂਟ ਹੈ। ਵਟ ਐਵਰ ਯੂ ਡੂ ਇਨ ਲਾਈਫ, ਵਟ ਐਵਰ, ਜੋ ਵੀ ਚੂਜ਼ ਕਰਨਾ ਸਿੰਸੀਅਰ ਹੋਣਾ ਪੈਂਦਾ ਹੈ। ਜੇ ਆਪਾਂ ਸਿੰਸੀਅਰ ਨਹੀਂ ਹਾਂ ਤਾਂ ਫਿਰ ਕੁਝ ਵੀ ਨਹੀਂ ਹੋਣਾ ਨਾ। ਫਿਰ ਤਾਂ ਆਪਾਂ ਗੁਰੂ ਨੂੰ ਕਹੋਗੇ ਮੈਂ ਇੰਨੀਆਂ ਅਰਦਾਸਾਂ ਕੀਤੀਆਂ, ਮੈਂ ਇੱਥੇ ਅਰਦਾਸ ਕੀਤੀ, ਮੈਂ ਉੱਥੇ ਅਰਦਾਸ ਕੀਤੀ, ਮੇਰੀ ਅਰਦਾਸ ਪੂਰੀ ਨਹੀਂ ਹੋਈ। ਕਿਤੇ ਦਿਲ ਨਾਲ ਕੀਤੀ ਹੈ, ਕਿਤੇ ਭਰੋਸਾ ਰੱਖ ਕੇ ਕੀਤੀ ਆ ਵੀ ਅਰਦਾਸ ਮੈਂ ਕੀਤੀ ਆ ਪੂਰੀ ਹੋ ਜਾਣੀ ਹੈ। ਆਪਾਂ ਤਾਂ ਇਹ ਵੀ ਨਹੀਂ, ਆਪਾਂ ਕਹਿੰਦੇ ਜੇ ਪੂਰੀ ਹੋ ਗਈ। ਆਪਾਂ ਇਹੀ ਕਹਿੰਦੇ ਨਾ, ਮਹਾਰਾਜ ਜੇ ਮੇਰੀ ਅਰਦਾਸ ਪੂਰੀ ਹੋ ਗਈ ਨਾ ਮੈਂ ਤੁਹਾਨੂੰ ਇਹ ਦੇਵਾਂਗਾ। ਜੇ ਦ ਜੇ ਇਜ਼ ਆਲਰੇਡੀ ਦੇਅਰ, ਦੈਟ ਮੀਨਸ ਯੂ ਆਰ ਨਾਟ ਸ਼ੋਰ ਹੁਣੀ ਕਿ ਨਹੀਂ ਹੁਣੀ। ਸੋ ਗੁਰੂ ਮਹਾਰਾਜ ਕਹਿੰਦਾ ਚੰਗਾ ਫਿਰ ਜੇ ਮੈਂ ਸੁਣੀ ਮੈਂ ਕਰ ਦਾਂਗਾ। ਫਿਰ ਗੁਰੂ ਵੀ ਜੇ ਹੀ ਵਰਤੂਗਾ ਨਾ, ਹੈ ਨਾ। ਹੀ ਵੋਂਟ ਗੋ ਟੂ ਦ ਕੇ, ਹੀ ਵਿਲ ਸਟੇ ਔਨ ਜੇ ਆਲਸੋ। ਕਹਿੰਦਾ ਜੇ ਗੱਲ ਇਹ ਆ, ਜੇ ਤੇਰੀ ਜੇ ਤੈਨੂੰ ਜੇ ਦਾ ਫਿਰ ਮੈਨੂੰ ਵੀ ਜੇ ਆ, ਜੇ ਮੈਂ ਸੁਣੀ ਮੈਂ ਕਰ ਦਾਂਗਾ। ਫਿਰ ਫਿਰਦੇ ਤੁਰਦੇ ਰਹੋ। ਫॉर ਲਾਈਫ ਯੂ ਵੋਂਟ ਗੈਟ ਐਨੀਥਿੰਗ। ਲੋਕ ਕਹਿੰਦੇ ਆ ਮੰਦਰ ਪਾਵਰਫੁਲ ਨੇ, ਆ ਗੁਰਦੁਆਰਾ ਬਹੁਤ ਪਾਵਰਫੁਲ ਆ, ਇਹ ਬਹੁਤ ਪਾਵਰਫੁਲ ਆ, ਉਹ ਭਾਈ ਮਨ ਜੁੜਿਆ ਨਹੀਂ, ਪਾਵਰਫੁਲ ਕੀ ਕਰੂਗਾ? ਪਾਵਰਫੁਲ ਥਾਂ ਤਾਂ ਉਹ ਹੈ ਜਿਹੜਾ ਤੁਹਾਡਾ ਮਨ ਆਟੋਮੈਟਿਕਲੀ ਜੋੜ ਦਿੰਦਾ। ਹਾਂ ਉਹ ਕੰਮ ਉਹ ਥਾਂ ਜ਼ਰੂਰ ਤੁਹਾਡੇ ਵਾਸਤੇ ਕਰ ਦਿੰਦਾ, ਤੁਹਾਡੇ ਮਨ ਨੂੰ ਜੋੜ ਦਿੰਦਾ, ਪਰ ਅਰਦਾਸ ਤਾਂ ਤੁਸੀਂ ਕਰਨੀ ਆ ਨਾ। ਗੁਰੂ ਮਹਾਰਾਜ ਤਾਂ ਉਹੀ ਨੇ ਸਾਰੇ ਕਿਤੇ। ਹਰਿਮੰਦਰ ਸਾਹਿਬ ਵਿੱਚ ਵੀ ਉਹੀ ਗੁਰੂ ਗ੍ਰੰਥ ਸਾਹਿਬ ਜੀ ਨੇ ਨਾ, ਉਹੀ ਆ ਨਾ। ਉਹਨਾਂ ਦੇ ਅੱਗੇ ਅਰਦਾਸ ਕਰਦੇ, ਉਹੀ ਗੁਰੂ ਰਾਮਦਾਸ ਉੱਥੇ ਬੈਠੇ ਨੇ, ਉਹੀ ਗੁਰੂ ਰਾਮਦਾਸ ਜੀ ਇੱਥੇ ਨੇ। ਪਰ ਹਰਿਮੰਦਰ ਸਾਹਿਬ ਦਾ এনवायरमेंट ਐਸਾ ਹੈ ਨਾ, ਉਹ ਆਟੋਮੈਟਿਕਲੀ ਆਪਾਂ ਨੂੰ ਜੋੜ ਦਿੰਦਾ, ਆਪਾਂ ਨੂੰ ਮਦਦ ਕਰ ਦਿੰਦਾ ਹੈ, ਆਪਣਾ ਮਨ ਜੁੜ ਜਾਂਦਾ ਹੈ। ਤੇ ਉੱਥੇ ਬਰਕਤਾਂ ਨੇ ਕਿਉਂਕਿ ਗੁਰੂ ਦੇ ਚਰਨ ਪਏ ਹੋਏ ਨੇ। ਸੋ ਉੱਥੇ ਜ਼ਿਆਦਾ ਕੁਝ ਹੁੰਦਾ ਹੈ। ਪਰ ਜੇ ਉੱਥੇ ਜਾ ਕੇ ਵੀ ਆਪਾਂ ਦੁਬਿਧਾ ਵਿੱਚ ਪੈ ਜਾਈਏ ਫਿਰ ਕੀ ਹੋਊਗਾ? ਫਿਰ ਤਾਂ ਕੁਝ ਨਹੀਂ ਬਣਦਾ ਨਾ। ਸੋ ਇਸ ਕਰਕੇ ਜਿਹੜਾ ਹੈ ਥਾਂ ਜਿਹੜੇ ਨੇ ਇੰਪੋਰਟੈਂਟ ਨੇ, ਪਰ ਅਲਟੀਮੇਟਲੀ ਇੱਕੋ ਗੱਲ ਹੈ ਤੁਹਾਡੇ ਭਰੋਸਾ। ਹਾਊ ਮਚ ਭਰੋਸਾ, ਹਾਊ ਮਚ ਫੇਥ ਯੂ ਹੈਵ ਔਨ ਯੋਰ ਗੁਰੂ। ਹਾਂਜੀ ਸੋ ਇਹ ਗੱਲ ਕਰਕੇ ਹੁਣ ਦੇਖੋ ਮਹਾਰਾਜ ਨੇ ਇਹੀ ਉਪਦੇਸ਼ ਇਹਨਾਂ ਨੂੰ ਦਿੱਤਾ, ਇਸ ਦੀ ਸੇਵਾ ਕਰਨੀ ਪ੍ਰਵਾਨ ਹੈ। ਕਹਿੰਦੇ ਇਸ ਦੀ ਸੇਵਾ ਕਰਨੀ ਪ੍ਰਵਾਨ ਹੈ। ਦੌਲਤ ਖਾਂ ਕਹਿੰਦਾ ਗੁਰੂ ਨਾਨਕ ਦੀ ਸੇਵਾ ਕਰਿਆ ਕਰ। ਕਾਜੀ ਨੂੰ ਕਹਿੰਦਾ ਤਾਂ ਕਾਜੀ ਕਹਿਆ ਜੇ ਵਲੀ ਹੋਵੇ ਤਾਂ ਸਾਡੀ ਸਰਾਂ ਦੀ ਆਨ ਮੰਨੇ। ਹਾਂ ਕਹਿਣ ਲੱਗੇ ਹੁਣ ਦੇਖੋ ਉਹ ਕਹਿੰਦਾ ਨਾ ਕਾਜੀ ਕਹਿੰਦਾ ਜੇ ਵਲੀ ਹੈ, ਹੁਣ ਵਲੀ ਤਾਂ ਪ੍ਰੋਫਿਟ ਨੂੰ ਕਹਿੰਦੇ ਆ ਨਾ, ਕਹਿੰਦਾ ਜੇ ਇਹ ਪ੍ਰੋਫਿਟ ਹਾਂ ਤਾਂ ਇਹ ਵੀ ਮੁਸਲਮਾਨ ਬਣੇ। ਹੁਣ ਦੇਖੋ ਮੁਸਲਮਾਨਾਂ ਦੀ ਸੋਚਣੀ ਐਸੀ ਹੁੰਦੀ ਹੈ ਵੀ ਜੋ ਵੀ ਕੁਝ ਹੈਗਾ ਤਾਂ ਸਾਡੇ ਵਿੱਚ ਹੀ ਹੋਣਾ ਚਾਹੀਦਾ ਹੈ। ਤੇ ਕਹਿੰਦਾ ਜੇ ਇਹ ਵਲੀ ਹੈ ਤਾਂ ਸਾਡੀ ਸ਼ਰਾਂ ਵਿੱਚ ਆਵੇ, ਸਾਡੀ ਸ਼ਰਾਂ ਨੂੰ ਮੰਨੇ। ਫਿਰ ਤਾਂ ਇੱਕ ਦਿਨ ਬਾਬਾ ਜੀ ਬੇਈ ਵਿੱਚ ਨਹਾਵਣ ਗਿਆ। ਕਹਿੰਦੇ ਇੱਕ ਦਿਨ ਗੁਰੂ ਨਾਨਕ ਸਾਹਿਬ ਜੀ ਵਹੀ ਨਦੀ ਵਿੱਚ ਗਏ ਜੀ ਇਸ਼ਨਾਨ ਕਰਨ ਵਾਸਤੇ। 8 ਦਿਨ ਸਮਾਧ ਲਾਇਕ ਜਲ ਰੂਪ ਹੋਏ ਕੇ ਬੈਠ ਰਹਿਆ। ਕਹਿੰਦੇ ਕੀ ਹੋਇਆ? ਗੁਰੂ ਨਾਨਕ ਸਾਹਿਬ ਜੀ ਜਲ ਵਿੱਚ ਗਏ, ਵਹੀ ਨਦੀ ਦੇ ਵਿੱਚ। ਫॉर 8 ਡੇਜ਼ ਮਹਾਰਾਜ ਬਾਹਰ ਨਹੀਂ ਆਏ, ਪਾਣੀ ਦੇ ਵਿੱਚ ਹੀ ਰਹਿ ਗਏ। ਪਾਣੀ ਵਿੱਚ ਗਏ ਜ਼ਰੂਰ ਪਰ ਬਾਹਰ ਨਹੀਂ ਆਏ। ਖਾਨ ਨੂੰ ਖਬਰ ਪਹੁੰਚੀ। ਸੋ ਖਾਨ ਨੂੰ ਖਬਰ ਪਹੁੰਚੀ, ਦੌਲਤ ਖਾਨ ਨੂੰ ਵੀ ਗੁਰੂ ਨਾਨਕ ਸਾਹਿਬ ਜੀ ਇਸ਼ਨਾਨ ਕਰਨ ਵਾਸਤੇ ਗਏ ਤੇ ਬਾਹਰ ਨਹੀਂ ਆਏ। ਖਾਨ ਉੱਥੇ ਮਹਾ ਜਾਲ ਪਾਏ ਰਹਿਆ। ਸੋ ਦੌਲਤ ਖਾਨ ਨੇ ਉੱਥੇ ਜਿਹੜਾ ਵੱਡੀਆਂ ਵੱਡੀਆਂ ਨੈਟਿੰਗ ਲੈ ਕੇ ਉਹਨੇ ਵਹੀ ਨਦੀ ਵਿੱਚ ਪਾਈਆਂ ਵੀ ਕਿਤੇ ਗੁਰੂ ਨਾਨਕ ਸਾਹਿਬ ਡੁੱਬ ਤਾਂ ਨਹੀਂ ਗਏ, ਡਰਾਊਨ ਤਾਂ ਨਹੀਂ ਹੋ ਗਏ। ਉਹਨੇ ਨੈਟਿੰਗ ਪਾ ਕੇ ਕੱਢਿਆ ਜੀ,
ਕੋਸ਼ਿਸ਼ ਕੀਤੀ ਲੱਭਣ ਦੀ, ਤਾਂ ਵੀ ਬਾਬਾ ਜੀ ਬਾਹਰ ਨਾ ਨਿਕਸੇ। ਗੁਰੂ ਨਾਨਕ ਸਾਹਿਬ ਜੀ ਬਾਹਰ ਨਹੀਂ ਆਏ, ਫੇਰ ਵੀ ਕੋਈ ਨਾ ਲੱਭੇ ਉਥੋਂ। ਤਾਂ 8ਵੇਂ ਦਿਹਾੜੇ ਉਥੋਂ ਹੀ ਨਿਕਲੇ। ਗੁਰੂ ਨਾਨਕ ਸਾਹਿਬ ਜੀ ਆਪੇ 8ਵੇਂ ਦਿਨ ਬਾਹਰ ਆਏ। ਔਨ ਦ 8th ਡੇ ਗੁਰੂ ਨਾਨਕ ਸਾਹਿਬ ਜੀ ਬਾਹਰ ਆਏ ਜੀ ਵਹੀ ਨਦੀ ਤੋਂ। ਤਾਂ ਖਾਨ ਮਿਲਣ ਗਿਆ। ਤਾਂ ਉਸ ਵੇਲੇ ਖਾਨ ਜਿਹੜਾ ਸੀ ਦੌਲਤ ਖਾਨ ਗੁਰੂ ਨਾਨਕ ਨੂੰ ਮਿਲਣ ਵਾਸਤੇ ਗਿਆ। ਕਾਜੀ ਨਾਲ ਗਿਆ। ਕਾਜੀ ਵੀ ਨਾਲ ਚਲਿਆ ਗਿਆ ਜੀ। ਕਾਜੀ ਕਹਿਆ ਇਹੋ ਕੋਈ ਜਾਦੂ ਵਾਲਾ ਫਕੀਰ ਹੈ। ਉਹ ਕਾਜੀ ਕੀ ਕਹਿੰਦਾ ਦੌਲਤ ਖਾਨ ਨੂੰ, ਕਹਿੰਦਾ ਕੋਈ ਜਾਦੂ ਵਾਲਾ ਹੈ, ਇਹ ਬਲੈਕ ਮੈਜਿਕ ਕਰਦਾ ਹੈ। ਨਹੀਂ ਤਾਂ ਕਿੱਥੇ ਗਿਆ ਸੀ 8 ਦਿਨ, ਆਪਾਂ ਸਾਰੇ ਕਿਤੇ ਲੱਭਿਆ ਨਹੀਂ ਮਿਲਿਆ। ਹਾਂਜੀ ਇਹ ਕੋਈ ਬਲੈਕ ਮੈਜਿਕ ਵਾਲਾ ਜਿਹੜਾ ਹੈ, ਕੋਈ ਉਹ ਆ ਮੈਜੀਸ਼ੀਅਨ ਆ ਜਾਂ ਕੁਝ ਐਸਾ ਹੈ। ਜਿਸ ਤੇ ਖਾਨ ਤੂੰ ਭੁੱਲਾ ਹੈ। ਹਾਂਜੀ ਤਾਂ ਕਹਿੰਦੇ ਕਿ ਉਹ ਦੌਲਤ ਖਾਨ ਕਹਿੰਦਾ ਤੂੰ ਭੁੱਲਿਆ ਹੋਇਆ ਹੈ, ਭਰੋਸਾ ਰੱਖ ਵੀ ਇਹਨਾਂ ਨੂੰ ਤੂੰ ਐਸੀਆਂ ਗੱਲਾਂ ਨਾ ਕਰ ਇਹਨਾਂ ਦੇ ਬਾਰੇ। ਤਾਂ ਕਾਜੀ ਪੁੱਛਿਆ ਨਾਨਕ ਤੂੰ ਹਿੰਦੂ ਕੇ ਮੁਸਲਮਾਨ ਹੈ। ਹੁਣ ਕਾਜੀ ਪੁੱਛਦਾ ਹੈ ਗੁਰੂ ਨਾਨਕ ਸਾਹਿਬ ਨੂੰ, ਕਹਿੰਦਾ ਤੂੰ ਹਿੰਦੂ ਹੈ ਜਾਂ ਮੁਸਲਮਾਨ ਹੈ, ਸਾਨੂੰ ਇਹ ਦੱਸ ਤੂੰ ਕੌਣ ਹੈ, ਆਰ ਯੂ ਅ ਹਿੰਦੂ ਔਰ ਯੂ ਮੁਸਲਮਾਨ। ਹਾਂਜੀ ਸੁਣ ਇਹ ਗੱਲ ਦੱਸਦੇ ਸਾਨੂੰ। ਤਾਂ ਬਾਬਾ ਬੋਲਿਆ। ਸੋ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਬੋਲੇ, ਮਹਾਰਾਜ ਨੇ ਜਵਾਬ ਦਿੱਤਾ, ਕੋਈ ਆਖੇ ਭੂਤਨਾ ਕੋ ਕਹੈ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਭਇਆ ਦੀਵਾਨਾ ਸਾਹ ਕਾ ਨਾਨਕ ਬੋਰਾਨਾ, ਹਉ ਹਰ ਬਿਨ ਅਵਰ ਨ ਜਾਣਾ। ਸੋ ਇਹ ਸ਼ਬਦ ਜਿਹੜਾ ਹੈ 991 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਾਰੂ ਮਹੱਲਾ ਪਹਿਲਾ ਹੈ। ਹੁਣ ਇਹਦੇ ਅਰਥ ਜਿਹੜੇ ਹਨ ਅੱਗੇ ਚੱਲਦੇ ਨੇ, ਹੁਣ ਇਹਦੇ ਅਰਥ ਅੱਗੇ ਆਉਣਗੇ। ਚਲੋ ਬਾਬੇ ਕਹਿਆ ਇਹੋ ਪੰਜਾਂ ਤੱਤਾਂ ਦਾ ਸਰੀਰ ਹੈ। ਹੁਣ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਹ ਜਿਹੜਾ ਬਾਡੀ ਹੈ ਨਾ, ਇਹ 5 ਤੱਤਾਂ ਤੋਂ ਬਣੀ ਹੋਈ ਹੈ, 5 ਪ੍ਰਿੰਸੀਪਲ ਐਲੀਮੈਂਟ ਤੋਂ ਇਹ ਬਾਡੀ ਬਣੀ ਹੋਈ ਹੈ। ਕੋਈ ਇਸ ਨੂੰ ਭੂਤਨਾ ਕਹਿੰਦਾ ਹੈ। ਓਕੇ ਹੁਣ 5 ਤੱਤ ਜਿਹੜੇ ਹਨ ਕੀ ਆ, ਪਾਣੀ ਹੈ, ਹਵਾ ਹੈ, ਅੱਗ ਹੈ, ਧਰਤੀ ਹੈ, ਆਕਾਸ਼ ਹੈ। ਸੋ ਇਹ 5 ਤੱਤ ਨੇ। ਸੋ ਮਹਾਰਾਜ ਜੀ ਕਹਿੰਦੇ ਇਹ ਸਰੀਰ ਨੂੰ, ਇਹ ਬਾਡੀ ਨੂੰ ਸਾਨੂੰ ਕੋਈ ਭੂਤਨਾ ਕਹਿੰਦਾ ਵੀ ਇਹ ਗੋਸਟ ਨੇ। ਹੁਣ ਗੁਰੂ ਨਾਨਕ ਨੂੰ ਕਈ ਲੋਕ ਭੂਤਨਾ ਕਹਿੰਦੇ ਸਨ ਵੀ ਇਹ ਭੂਤਨਾ ਹੈ, ਵੀ ਇਹ ਭੂਤ ਜਿਹੜਾ ਗੋਸਟ ਹੈ, ਕੋਈ ਸਪਿਰਿਟ ਹੈ। ਕੋਈ ਇਸ ਨੂੰ ਬੇਤਾਲਾ ਕਹਿੰਦੇ ਕੋਈ ਇਹਨੂੰ ਬੇਤਾਲਾ ਕਹਿੰਦਾ। ਓਕੇ ਵਾਟ ਇਜ਼ ਦ ਡਿਫਰੈਂਸ ਬਿਟਵੀਨ ਭੂਤ ਐਂਡ ਬੇਤਾਲਾ। ਹੁਣ ਭੂਤ ਹੁੰਦੇ ਨੇ ਜਿਹੜੇ ਕਿ ਉਹ ਉਹਨਾਂ ਦਾ ਸੂਖਸ਼ਮ ਸਰੀਰ ਜਿਹੜਾ ਹੈ ਉਹ ਭੂਤ ਦੀ ਜੂਨ ਵਿੱਚ ਜਾਂਦਾ ਹੈ, ਮਤਲਬ ਉਹ ਭੂਤ ਬਣ ਜਾਂਦੇ ਨੇ। ਸੋ ਇਹ ਜਿਹੜੇ ਸੋਲ ਹੁੰਦੇ ਨੇ, ਜਦੋਂ ਇਹ ਭੂਤ ਦੀ ਜੂਨ, ਭੂਤ ਦੀ ਜਿਹੜਾ ਹਨ ਗੋਸਟ ਇੱਕ ਜੁਨੀ ਹੈ। ਸੋ ਜਿਵੇਂ ਇੱਕ ਸੋਲ ਹੈ ਨਾ, ਇੱਕ ਸੋਲ ਹੁੰਦੀ ਹੈ, ਜਿਵੇਂ ਉਹ ਸੋਲ ਨੇ ਇੱਕ ਬਾਡੀ ਵਿੱਚ ਜਾਂਦੀ ਹੈ, ਇਸੇ ਤਰ੍ਹਾਂ ਹੀ ਉਹ ਸੋਲ ਜਿਹੜੀ ਹੈ ਭੂਤ ਬਣ ਜਾਂਦੀ ਹੈ। ਸੋ ਉਹ ਵੀ ਇੱਕ ਜੁਨੀ ਹੈ, ਮਤਲਬ ਹਰ ਇੱਕ ਸੋਲ ਭੂਤ ਨਹੀਂ ਹੁੰਦੀ। ਮਤਲਬ ਤੁਸੀਂ ਇਹ ਨਹੀਂ ਕਹਿ ਸਕਦੇ ਕਿਸੇ ਦੀ ਸੋਲ ਨਿਕਲੀ ਉਹ ਭੂਤ ਹੈ, ਨਹੀਂ, ਉਹ ਭੂਤ ਵੀ ਇੱਕ ਜੂਨ ਹੈ, ਉਹ ਭੂਤ ਦੀ ਜੂਨ ਵਿੱਚ ਜਾਂਦਾ ਹੈ। ਸੋ ਕੀ ਹੁੰਦਾ ਹੈ, ਭੂਤ ਦੀ ਜੂਨ ਜਿਹੜੀ ਹੈ ਕਹਿੰਦੇ ਇਹਦਾ ਟਾਈਮਲੈਸ ਹੁੰਦੀ ਹੈ, ਇਹਦਾ ਕੋਈ ਐਂਡ ਨਹੀਂ ਹੁੰਦਾ। ਜਿਵੇਂ ਆਪਣੀ ਬਾਡੀ ਹੈ ਨਾ, ਇਹਦਾ ਐਂਡ ਹੈ, ਆਪਾਂ ਕੀ ਪਤਾ 100 ਇਅਰਸ ਜੂਣਾ, 90 ਇਅਰਸ ਜੂਣਾ, ਆਪਣੀ ਬਾਡੀ ਇੱਕ ਦਿਨ ਮੁੱਕ ਜਾਣੀ ਹੈ। ਪਰ ਭੂਤ ਦੀ ਜਿਹੜੀ ਜੂਨ ਹੈ ਇਟ ਵਿਲ ਨੈਵਰ ਫਿਨਿਸ਼, ਇਟਸ ਫੋਰਐਵਰ, ਇਹ ਰਹਿੰਦੀ ਹੈ ਹਮੇਸ਼ਾ ਤੱਕ। ਕਹਿੰਦੇ ਦੁਨੀਆ ਮੁੱਕ ਵੀ ਜਾਵੇ ਨਾ, ਡੂਮਸਡੇ ਆ ਜਾਵੇ, ਡੂਮਡੇ ਬਣ ਕੇ ਵੀ ਉਹ ਭੂਤ ਜਿਹੜਾ ਹੈ ਸਾਰੀ ਜਿਹੜੀ ਸ੍ਰਿਸ਼ਟੀ ਦੀ ਰਚਨਾ ਮਾਰਾ ਖਤਮ ਕਰ ਦਿੰਦੇ ਆ। ਜਦੋਂ ਫਿਰ ਦੁਨੀਆ ਬਣੇਗੀ ਨਾ, ਉਹ ਫਿਰ ਭੂਤ ਬਣ ਜਾਂਦੇ ਨੇ, ਜਿਹੜੇ ਭੂਤ ਸੀ ਪਹਿਲਾਂ ਉਹ ਭੂਤ ਫਿਰ ਬਣ ਜਾਂਦੇ ਨੇ। ਸੋ ਜੂਨ ਕਿਤੇ ਨਹੀਂ ਮੁੱਕਦੀ ਅਨਲੈਸ ਤੁਹਾਡੀ ਫੈਮਿਲੀ ਦੇ ਵਿੱਚ ਕੋਈ ਤੁਹਾਡੇ ਵਾਸਤੇ ਪਾਠ ਪੂਜਾ ਕਰੇ, ਤੁਹਾਡੇ ਵਾਸਤੇ ਕੋਈ ਅਰਦਾਸ ਕਰੇ, ਜੋੜ ਮੇਲੇ ਕਰੇ, ਹਾਂਜੀ ਤੁਹਾਡੇ ਵਾਸਤੇ ਦਾਨ ਪੁੰਨ ਕਰੇ, ਤਾਂ ਕੁਝ ਬਣਦਾ ਹੈ। ਅਦਰਵਾਈਜ਼ ਭੂਤ ਦੀ ਜੂਨ ਗੋਡ ਨੋ ਲਿਮਿਟ। ਦੂਜੀ ਗੱਲ ਹੈ, ਭੂਤ ਦੀ ਜਿਹੜੀ ਹੈ ਉਹਦੇ ਜਿਹੜੇ ਵਾਇਸਸ ਹੁੰਦੇ ਨੇ ਉਹ ਬਹੁਤ ਪਾਵਰਫੁਲ ਹੋ ਜਾਂਦੇ ਨੇ। ਸੋ ਉਹ ਜਿਹੜੇ ਹੁਣ ਵਾਇਸਸ ਬਹੁਤ ਹੁੰਦੇ ਨੇ, ਬਟ ਹੀ ਡਸਨਟ ਹੈਵ ਦ ਬਾਡੀ ਟੂ ਫੁਲਫਿਲ them। ਸੋ ਇਸ ਕਰਕੇ ਕੀ ਹੁੰਦਾ, ਇਹ ਭੂਤ ਜਿਹੜੇ ਨੇ ਕਈ ਵਾਰੀ ਕਿਸੇ ਦੇ ਵਿੱਚ ਜਾ ਕੇ ਅੰਦਰ ਵੜ ਜਾਂਦੇ ਨੇ। ਸੋ ਇਹ ਪ੍ਰਵੇਸ਼ ਕਰ ਜਾਂਦੇ ਨੇ। ਸੋ ਉਹਨੂੰ ਬੇਤਾਲਾ ਕਹਿੰਦੇ ਆ, ਜਿਹਦੀ ਬਾਡੀ ਵਿੱਚ ਭੂਤ ਵੜਿਆ ਹੋਵੇ। ਦੈਟ ਮੀਨਸ ਯੂ ਵਿਲ ਸੀ ਦ ਪਰਸਨ ਐਸ ਅ ਪਰਸਨ, ਬਟ ਯੂ ਵੋਂਟ ਨੋ ਹੂ ਕਿਹੜੀ ਸੋਲ ਨੇ ਉਹਦਾ ਪੋਸੈਸ਼ਨ ਲਿਆ ਹੋਇਆ ਉਸ ਸਰੀਰ ਦਾ। ਉਹ ਸਰੀਰ ਤਾਂ ਲੱਗੇਗਾ ਹੁਣ ਮੇਰਾ ਸਰੀਰ ਹੈ, ਪਰ ਮੇਰੇ ਵਿੱਚ ਕੋਈ ਭੂਤ ਵੜ ਜਾਵੇ, ਉਹ ਭੂਤ ਮੇਰੀ ਸਾਰੀ ਬਾਡੀ ਨੂੰ ਕੰਟਰੋਲ ਕਰਦਾ, ਕਿਉਂਕਿ ਮੇਰੀ ਸੋਲ ਕਮਜ਼ੋਰ ਸੀਗੀ, ਉਹਨੇ ਮੇਰੀ ਸੋਲ ਨੂੰ ਆ ਕੇ ਓਵਰਪਾਵਰ ਕਰ ਲਿਆ। ਸੋ ਉਹਨੂੰ ਬੇਤਾਲਾ ਕਹਿੰਦੇ ਨੇ। ਸੋ ਬੇਤਾਲ ਜਿਹੜੇ ਹੁੰਦੇ ਨੇ ਉਹਨਾਂ ਦੇ ਵਿੱਚ ਭੂਤ ਵਸਦੇ ਨੇ, ਭੂਤ ਆਪਣਾ ਕੰਮ ਕਰਦੇ ਹਨ। ਕੋਈ ਇਸ ਨੂੰ ਆਦਮੀ ਕਹਿੰਦਾ ਹੈ। ਹੁਣ ਗੁਰੂ ਨਾਨਕ ਸਾਹਿਬ ਜੀ ਸ਼ਬਦ ਦੇ ਅਰਥ ਕਰਦੇ ਨੇ, ਕਹਿੰਦੇ ਉਹ ਸ਼ਹੀਦ ਭਾਈ ਮਨੀ ਸਿੰਘ ਜੀ ਕਹਿੰਦੇ ਆ ਨਾ, ਕਹਿੰਦੇ ਕੋਈ ਇਹਨੂੰ ਆਦਮੀ ਕਹਿੰਦਾ, ਇਸ ਸਰੀਰ ਨੂੰ ਕੋਈ ਆਦਮੀ ਕਹਿੰਦਾ, ਕੋਈ ਭੂਤ ਕਹਿੰਦਾ, ਕੋਈ ਬੇਤਾਲਾ ਕਹਿੰਦਾ ਹੈ। ਤੇ ਮੈਨੂੰ ਜਦ ਦੀ ਸੰਤਾਂ ਸੋਝੀ ਦਿੱਤੀ ਹੈ। ਕਹਿੰਦੇ ਕਿ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਦੋਂ ਦੀ ਮੈਨੂੰ ਸੰਤਾਂ ਨੇ, ਪਰਮਾਤਮਾ ਦੇ ਪਿਆਰਿਆਂ ਨੇ ਮੈਨੂੰ ਸੋਝੀ ਦਿੱਤੀ ਹੈ, ਮੈਨੂੰ ਅੰਡਰਸਟੈਂਡਿੰਗ ਦਿੱਤੀ ਹੈ, ਜਾਂ ਮੈਨੂੰ ਵਿਜ਼ਡਮ ਦਿੱਤਾ ਹੈ, ਤਾਂ ਮੈਂ ਆਪ ਨੂੰ ਇਸ ਦਾ ਸਾਖੀ ਜਾਣਦਾ ਹਾਂ। ਹੁਣ ਮੈਂ ਕੌਣ ਹਾਂ? ਗੁਰੂ ਨਾਨਕ ਸਾਹਿਬ ਨੇ ਇਹ ਆਨਸਰ ਦਿੱਤਾ, ਕਹਿੰਦਾ ਮੈਂ ਆਤਮਾ।
ਮੈਂ ਇਸ ਬੋਡੀ ਦਾ ਵਿਟਨੈਸ ਹਾਂ, ਮੈਂ ਇਹ ਬੋਡੀ ਨਹੀਂ ਹਾਂ, ਇਹ ਫਿਜ਼ੀਕਲ ਬੋਡੀ ਮੇਰੀ ਨਹੀਂ ਹੈ, ਇਹਦੇ ਵਿੱਚ ਜਿਹੜੀ ਆਤਮਾ ਹੈ ਉਹ ਇਹ ਬੋਡੀ ਦੀ ਵਿਟਨੈਸ ਹੈ, ਉਹ ਬੋਡੀ ਨੂੰ ਦੇਖ ਰਹੀ ਹੈ। ਫਿਰ ਜਿਹੜਾ ਮਾਤਾ ਪਿਤਾ ਨੂੰ ਮਿਲ ਕੇ ਤੇ ਮੈਨੂੰ ਦੇਹ ਅਭਿਮਾਨ ਹੋਇਆ ਸੀ। ਕਹਿਣਗੇ ਦੇਖੋ, ਜਿਹੜਾ ਕਿ ਮਾਤਾ ਤੇ ਪਿਤਾ ਦੇ ਸਰਬੰਧ ਕਰਕੇ ਮੇਰੀ ਇਹ ਬੋਡੀ ਬਣੀ, ਇਹ ਬੋਡੀ ਜਦੋਂ ਬਣ ਗਈ ਮੈਂ ਇਹ ਬੋਡੀ ਨੂੰ ਆਪਣੀ ਸਮਝ ਲਿਆ, ਮੈਂ ਇਹ ਬੋਡੀ ਨੂੰ ਆਪਣਾ ਜਾਣ ਲਿਆ, ਇਸ ਕਰਕੇ ਮੈਨੂੰ ਇਹ ਬੋਡੀ ਦਾ ਹੰਕਾਰ ਹੋ ਗਿਆ ਕਿ ਇਹ ਬੋਡੀ ਮੇਰੀ ਹੈ। ਬਾਈ ਰਾਈਟ ਦਿਸ ਇਜ਼ ਨਾਟ ਮਾਈਨ, ਮੇਰੀ ਨਹੀਂ ਹੈ, ਮੈਂ ਇਹ ਬੋਡੀ ਨਹੀਂ ਹਾਂ। ਪਰ ਮਾਤਾ ਪਿਤਾ ਨੇ ਜਿਹੜੀ ਮੈਨੂੰ ਬੋਡੀ ਦਿੱਤੀ, ਮੈਂ ਉਹ ਬੋਡੀ ਨੂੰ ਆਪਣੀ ਸਮਝ ਲਿਆ ਤੇ ਇਹਦੇ ਵਿੱਚ ਹੰਕਾਰ ਰੱਖ ਲਿਆ। ਉਸ ਵੱਲੋਂ ਮੈਂ ਬੌਰਾ ਹੋਏ ਗਿਆ ਹਾਂ। ਉਸ ਕਰਕੇ ਮੈਂ ਬੌਰਾ ਹੋ ਗਿਆ, ਮੈਂ ਪਾਗਲ ਹੋ ਗਿਆ। ਮੈਂ ਪਾਗਲ ਇਸ ਕਰਕੇ ਹੋ ਗਿਆ ਕਿ ਪਰਮਾਤਮਾ ਨੂੰ ਮੈਂ ਭੁਲਾਤਾ, ਮੈਂ ਆਤਮਾ ਨੂੰ ਭੁਲਾਤਾ, ਐਂਡ ਆਈ ਐਮ ਥਿੰਕਿੰਗ ਆਈ ਐਮ ਦਿਸ ਬੋਡੀ। ਮੈਂ ਇਹ ਸਮਝ ਲਿਆ ਕਿ ਬੋਡੀ ਹੀ ਮੈਂ ਹਾਂ, ਇਸ ਕਰਕੇ ਮਹਾਰਾਜ ਕਹਿੰਦੇ ਮੈਂ ਬੌਰਾਨਾ ਹੋ ਗਿਆ। ਆਈ ਐਮ ਮੈਡ ਬਿਕਾਜ਼ ਆਈ ਡੋਨਟ ਨੋ ਦ ਟਰੂਥ, ਆਈ ਐਮ ਨਾਟ ਦਿਸ ਬੋਡੀ but I have taken this body as me, so ਇਸ ਕਰਕੇ ਮੈਂ ਬੌਰਾਨਾ ਹਾਂ। ਤੇ ਗੁਰਾਂ ਦਾ ਉਪਦੇਸ਼ ਮੈਂ ਦ੍ਰਿੜ ਕੀਤਾ ਹੈ। ਹੁਣ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਹਨ, ਕਹਿੰਦੇ ਵੀ ਮੈਂ ਗੁਰਾਂ ਦਾ ਉਪਦੇਸ਼ ਜਦੋਂ ਦ੍ਰਿੜ ਕੀਤਾ, ਪੱਕਾ ਕੀਤਾ, ਮੰਨਿਆ, ਤੇ ਜੋ ਮੈਂ ਇਸ ਸਰੀਰ ਦੇ ਪਵਿੱਤਰ ਕਰਨ ਵਾਲਾ ਆਤਮਾ ਹਾਂ, ਕਿਉਂਕਿ ਮੈਂ ਜਾਣਿਆ ਕਿ ਮੈਂ ਆਤਮਾ ਹਾਂ ਜੋ ਇਸ ਸਰੀਰ ਨੂੰ ਪਵਿੱਤਰ ਰੱਖਣ ਵਾਲਾ ਹੈ, ਸਰੀਰ ਨੂੰ ਕਲੀਨ ਕਰਨ ਵਾਲਾ ਮੈਂ ਆਤਮਾ ਸਰੂਪ ਹਾਂ। ਉਹ ਪਰਮਾਤਮਾ ਤੇ ਆਤਮਾ ਇੱਕ ਹੈ, ਜਿਵੇਂ ਸਨ ਤੇ ਰੇਸ ਨੇ। ਸੋ ਸਨ ਨੂੰ ਤੁਸੀਂ ਪਰਮਾਤਮਾ ਕਹਿ ਲਓ, ਰੇਸ ਨੂੰ ਤੁਸੀਂ ਆਤਮਾ ਕਹਿ ਲਓ। ਸੋ ਰੇਸ ਤੇ ਸਨ ਦਾ ਕੋਈ ਫਰਕ ਨਹੀਂ ਹੁੰਦਾ। ਅੱਗੇ ਆਤਮਾ ਤੇ ਪਰਮਾਤਮਾ ਵਿੱਚ ਭੇਦ ਕੋਈ ਨਹੀਂ। ਯਾਨੀ ਆਤਮਾ ਤੇ ਪਰਮਾਤਮਾ ਵਿੱਚ ਕੋਈ ਭੇਦ ਨਹੀਂ, ਕੋਈ ਡਿਫਰੈਂਸਸ ਨਹੀਂ ਹੈ। ਜੈਸੇ ਤਰੰਗ ਮੈਂ ਜਲ ਇੱਕ ਹੈ, ਜਿਵੇਂ ਵੇਵ ਹੁੰਦੀ ਹੈ ਤੇ ਪਾਣੀ ਹੁੰਦਾ ਹੈ। ਜੇ ਸਮੁੰਦਰ ਹੋਊਗਾ, ਸਮੁੰਦਰ ਦਾ ਪਾਣੀ ਤੇ ਉਹਦੇ ਵੇਵਸ ਨੇ। ਸੋ ਵੇਵਸ ਤੇ ਸਮੁੰਦਰ ਇੱਕ ਨੇ, ਲੱਗਦੇ ਡਿਫਰੈਂਟ ਨੇ, ਨੇਮ ਡਿਫਰੈਂਟ ਹੈ। ਉਹਨੂੰ ਆਪਾਂ ਕਹਾਂਗੇ ਓਸ਼ਨਸ ਵਾਟਰ, ਉਹਨੂੰ ਕਹਾਂਗੇ ਵੇਵਸ ਨੇ, ਪਰ ਆਪਾਂ ਦੋ ਨਾਂ ਤਾਂ ਕਹਿੰਦੇ, ਪਰ ਹੈ ਤਾਂ ਇੱਕੋ ਹੀ ਹੈ। ਉਹੀ ਵੇਵ ਹੈ, ਉਹੀ ਪਾਣੀ ਹੈ। ਸੋ ਫਿਰ ਜੈਸੇ ਘਟਾ ਮਟਾ ਮੈਂ ਆਕਾਸ਼ ਇੱਕ ਹੈ, ਜਿਵੇਂ ਘਟਾ ਤੇ ਮਟਾ। ਹੁਣ ਜੇ ਘਟਾ, ਹੁਣ ਇਹ ਸਾਰਾ ਖੁੱਲਾ ਥਾਂ, ਇਹ ਵੀ ਆਕਾਸ਼ ਸਪੇਸ ਹੈ। ਹੁਣ ਤੁਸੀਂ ਇੱਕ ਪੋਟ ਲੈ ਲਓ, ਪੋਟ ਦੇ ਵਿੱਚ ਜਿਹੜਾ ਥਾਂ ਹੈ ਉਹ ਵੀ ਸੇਮ ਹੀ ਹੈ ਨਾ। ਜੈਸਾ ਇਹ ਸਪੇਸ ਹੈ, ਉਹ ਜਿਹੜਾ ਪੋਟ ਦੇ ਵਿੱਚ ਸਪੇਸ ਹੁੰਦਾ ਉਹ ਵੀ ਉਹੀ ਹੈ। ਇਹ ਸਪੇਸ ਤੇ ਬਾਹਰਲੇ ਸਪੇਸ ਦਾ ਕੋਈ ਫਰਕ ਨਹੀਂ, ਇਟਸ ਜਸਟ ਸਪੇਸ। ਸੋ ਇਸ ਕਰਕੇ ਜੈਸੇ ਭੂਖਣਾ ਵਿੱਚ ਕੰਚਨ ਇੱਕ ਹੈ, ਜਿਵੇਂ ਸੋਨਾ ਹੈ, 골ਡ ਹੈ, 골ਡ ਦੇ ਤੁਸੀਂ ਈਅਰਿੰਗਸ ਬਣਾ ਲਓ, 골ਡ ਦੇ ਤੁਸੀਂ ਜਿਹੜਾ ਹੰਸ ਆਪਣਾ ਨੈਕਲਸ ਬਣਾ ਲਓ, ਤੁਸੀਂ ਕਾਂਠੀ ਬਣਾ ਲਓ, ਜੋ ਮਰਜ਼ੀ ਬਣਾ ਲਓ, ਹੈ ਤਾਂ ਸੋਨਾ ਹੀ ਆ ਨਾ। ਜੋ ਮਰਜ਼ੀ ਉਹਦਾ ਬਣਾ ਲਓ, ਉਹਦਾ ਨਾਂ ਚੇਂਜ ਹੋ ਗਿਆ ਨਾ। ਸੋਨੇ ਨੂੰ ਤੁਸੀਂ ਛਾਪ ਬਣਾ ਲਈ, ਤੁਸੀਂ ਕਹਿੰਦਾ ਰਿੰਗ ਹੈ, ਤੁਸੀਂ ਕਾਂਟੇ ਵਾਲੇ ਈਅਰਿੰਗਸ ਬਣ ਗਏ, ਪਰ ਹੈ ਤਾਂ ਸੋਨਾ ਹੀ ਆ ਨਾ। ਸੋਨਾ ਸੋਨਾ ਹੀ ਹੁੰਦਾ ਹੈ, ਉਹਦਾ ਸ਼ੇਪ ਬਦਲ ਕੇ ਉਹਦਾ ਨੇਮ ਚੇਂਜ ਹੋ ਜਾਂਦਾ ਹੈ। ਤੈਸੇ ਸਰੀਰ ਮੈਂ ਸਤਿਆ ਪਰਮਾਤਮਾ ਦੀ ਇੱਕ ਹੈ। ਦੇਖੋ, ਸਾਰੇ ਸਰੀਰ ਦੇ ਵਿੱਚ ਪਰਮਾਤਮਾ ਦੀ ਸ਼ਕਤੀ ਹੈ, ਜਿਹਨੂੰ ਆਪਾਂ ਕਹਿੰਦੇ ਨੇ ਇਹ ਮੇਰੇ ਪੈਰ ਨੇ, ਇਹ ਮੇਰੇ ਹੱਥ ਨੇ, ਇਹ ਮੇਰਾ ਨੱਕ ਹੈ, ਇਹ ਮੇਰਾ ਕੰਨ ਹੈ, ਪਰ ਸ਼ਕਤੀ ਤਾਂ ਇੱਕੋ ਹੀ ਹੈ ਨਾ। ਉਹ ਸ਼ਕਤੀ ਜਦੋਂ ਅੱਖਾਂ ਵਿੱਚ ਜਾਂਦੀ ਆ, ਦੇਖਣ ਦਾ ਕੰਮ ਕਰਦੀ ਹੈ, ਜੋ ਕੰਨਾਂ ਵਿੱਚ ਜਾਂਦੀ ਹੈ, ਸੁਣਨ ਦਾ ਕੰਮ ਕਰਦੀ ਹੈ। ਸੋ ਸ਼ਕਤੀ ਤਾਂ ਇੱਕੋ ਹੀ ਹੈ, ਸਿਰਫ ਉਹਦਾ ਜਿਹੜਾ ਫੰਕਸ਼ਨ ਹੋਰ ਹਨ। ਜਦ ਦਾ ਮੈਂ ਗੁਰਾਂ ਥੀ ਇਹੋ ਗਿਆਨ ਦ੍ਰਿੜ ਕੀਤਾ ਹੈ, ਕਹਿੰਦੇ ਜਦੋਂ ਦਾ ਮੈਂ ਇਹ ਗਿਆਨ ਦ੍ਰਿੜ ਕੀਤਾ, ਪੱਕਾ ਕੀਤਾ ਹੈ ਗੁਰੂਆਂ ਤੋਂ, ਤਾਂ ਮੈਂ ਵਾਹਿਗੁਰੂ ਬਿਨਾ ਦੂਜਾ ਕੁਛ ਨਹੀਂ ਜਾਣਦਾ। ਇਸ ਕਰਕੇ ਮੈਂ ਵਾਹਿਗੁਰੂ ਤੋਂ ਬਗੈਰ ਕਿਸੇ ਨੂੰ ਨਹੀਂ ਜਾਣਦਾ। ਅਲਟੀਮੇਟਲੀ ਇਟਸ ਓਨਲੀ ਵਨ ਵਾਹਿਗੁਰੂ ਵਿਦਿਨ ਦ ਐਂਟਾਇਰ ਕ੍ਰੀਏਸ਼ਨ। ਉਹੀ ਇੱਕ ਪਰਮਾਤਮਾ ਹੈ, ਉਸ ਤੋਂ ਬਗੈਰ ਕੋਈ ਵੀ ਨਹੀਂ ਹੈ, ਉਹ ਇੱਕੋ ਹੀ ਇੱਕ ਹੈ। ਤੇ ਦੇਹ ਹੀ ਹਿੰਦੂ ਹੈ ਅਤੇ ਦੇਹ ਹੀ ਮੁਸਲਮਾਨ ਹੈ। ਹੁਣ ਦੇਖੋ, ਕਹਿੰਦੇ ਦੇਹ ਨੂੰ ਹੀ ਲੋਕ ਹਿੰਦੂ ਕਹਿ ਦਿੰਦੇ ਨੇ, ਇਹ ਦੇਹ ਨੂੰ ਹੀ ਕੋਈ ਮੁਸਲਮਾਨ ਕਹਿ ਦਿੰਦੇ ਨੇ। ਹੁਣ ਆਤਮਾ ਨੂੰ ਤੁਸੀਂ ਕੀ ਕਹੋਗੇ? ਆਤਮਾ ਹਿੰਦੂ ਹੈ, ਆਤਮਾ ਮੁਸਲਮਾਨ ਹੈ, ਆਤਮਾ ਕ੍ਰਿਸਚੀਅਨ ਹੈ, ਕੀ ਕਹੋਗੇ ਆਤਮਾ ਨੂੰ? ਪਰਮਾਤਮਾ ਨੂੰ ਤੁਸੀਂ ਕਿਹੜੀ ਰਿਲੀਜਨ ਵਿੱਚ ਪਾਓਗੇ? ਹੁਣ ਪਰਮਾਤਮਾ ਦੀ ਕੀ ਰਿਲੀਜਨ ਹੈ? ਕਹਿੰਦੇ ਸੋ ਮਹਾਰਾਜ ਇਹੀ ਸਮਝਾਉਂਦੇ ਨੇ, ਇਹ ਸਰੀਰ ਜਦੋਂ ਦੇ ਬਣੇ ਨੇ, ਇਹ ਸਰੀਰ ਬਣਨ ਕਰਕੇ ਹੀ ਕੋਈ ਬ੍ਰਾਹਮਣ, ਖੱਤਰੀ, ਵੈਦ, ਸ਼ੂਦਰ ਬਣਿਆ, ਕੋਈ ਮੁਸਲਮਾਨ ਬਣਿਆ, ਕੋਈ ਹਿੰਦੂ ਬਣਿਆ, ਕੋਈ ਕਾਲਾ ਬਣਿਆ, ਕੋਈ ਗੋਰਾ ਬਣਿਆ। ਹਾਂਜੀ, ਇਹ ਸਾਰੀਆਂ ਚੀਜ਼ਾਂ ਇਸ ਦੇਹ ਨਾਲੇ ਆਈਆਂ ਹਨ। ਮੈਂ ਦੇਹ ਦਾ ਸਾਖੀ ਨਿਆਰਾ ਹਾਂ, ਪਰ ਮੈਂ ਕੀ ਆ? ਮੈਂ ਆਤਮਾ ਹਾਂ ਜੋ ਇਹ ਸਾਰੀਆਂ ਚੀਜ਼ਾਂ ਨੂੰ ਦੇਖਣ ਵਾਲਾ। ਐਕਚੁਅਲੀ ਆਈ ਐਮ ਆਤਮਾ ਹੂ ਇਜ਼ ਵਿਟਨੈਸਿੰਗ ਦ ਐਂਟਾਇਰ ਜਿਹੜਾ ਹਨ ਐਕਸ਼ਨਸ ਆਫ ਦ ਕ੍ਰੀਏਸ਼ਨ, ਵਿਦਿਨ ਦ ਕ੍ਰੀਏਸ਼ਨ। ਮੈਂ ਉਹ ਚੀਜ਼ ਹਾਂ। ਫਿਰ ਤਾਂ ਖਾਨ ਸੁਣ ਕੇ ਮੱਥਾ ਟੇਕਿਆ, ਇਹ ਗੱਲ ਸੁਣ ਕੇ ਨਾ ਦੌਲਤ ਖਾਨ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਮੱਥਾ ਟੇਕਿਆ। ਜੋ ਮੈਂ ਤੈਨੂੰ ਖੁਦਾਏ ਦਾ ਵਲੀ ਜਾਣਦਾ ਹਾਂ। ਉਹਨੇ ਕਿਹਾ ਕਿ ਮੈਂ ਦੌਲਤ ਖਾਨ ਕਹਿੰਦਾ ਗੁਰੂ ਨਾਨਕ ਸਾਹਿਬ ਜੀ ਨੂੰ, ਮੈਂ ਤੈਨੂੰ ਖੁਦਾ ਦਾ ਪ੍ਰੋਫਿਟ ਮੰਨਿਆ ਹੈ,
ਮੇਰੇ ਵਾਸਤੇ ਤੂੰ ਖੁਦਾ ਦਾ ਪ੍ਰੋਫਿਟ ਹੈ। ਪਰ ਇੱਕ ਮੇਰੇ ਮਨ ਵਿੱਚ ਆਸਾ ਹੈ। ਹੁਣ ਦੌਲਤ ਖਾਂ ਬੋਲਿਆ, ਕਹਿੰਦਾ ਮੈਂ ਮੇਰੇ ਮਨ 'ਚ ਨਾ ਇੱਕ ਇੱਛਾ ਹੈ, ਆਈ ਗੋਟ ਅ ਵਿਸ਼ ਵਿਦਿਨ ਮਾਈ ਮਾਈਂਡ, ਮੈਂ ਕੁਝ ਲੈਣਾ ਚਾਹੁੰਦਾ ਹਾਂ। ਜੋ ਮੈਂ ਸੁਣਿਆ ਹੈ ਜੋ ਖਿਜਰ ਜਿੰਦਾ ਪੀਰ ਹੈ। ਕਹਿਣਗੇ ਦੇਖੋ ਜਿਹੜਾ ਖਿਜਰ ਜਿੰਦਾ ਪੀਰ ਹੈ, ਹੁਣ ਖਿਜਰ ਜਿਹੜਾ ਹੈ ਕਹਿੰਦੇ ਇਹਨੂੰ ਜਿੰਦਾ ਪੀਰ ਕਹਿੰਦੇ ਨੇ। ਸੋ ਜਿਵੇਂ ਹਿੰਦੂ ਧਰਮ ਦੇ ਵਿੱਚ ਜਾਂ ਹਿੰਦੂ ਜਿਹੜਾ ਹੈ ਫਿਲਾਸਫੀ 'ਚ ਇਹਨੂੰ ਕਿਹਾ ਜਾਂਦਾ ਵਰਨ ਦੇਵਤਾ। ਵਰਨ ਦੇਵਤਾ ਉਹ ਤਾਂ ਜਿਹੜਾ ਪਾਣੀ ਦਾ ਦੇਵਤਾ ਹੈ, ਜਿਹੜਾ ਪਾਣੀ ਦਾ ਦੇਵਤਾ ਮੰਨਿਆ ਹੈ। ਸੋ ਕਹਿੰਦੇ ਇਹਨੂੰ ਜਿਹੜਾ ਮੁਸਲਮਾਨ ਕਹਿੰਦੇ ਨੇ, ਮੁਸਲਮਾਨਾਂ ਦਾ ਜਿਹੜਾ ਵਰਸ਼ਨ ਹੈ ਉਹ ਕਹਿੰਦਾ ਹੈ, ਕਹਿੰਦੇ ਨੂ ਇੱਕ ਪ੍ਰੋਫਿਟ ਹੋਇਆ ਨੂ ਦਾ ਕਹਿੰਦੇ ਉਹਦੀ ਇੱਕ ਲੀਨੇਜ ਦੇ ਵਿੱਚ ਇੱਕ ਹੋਇਆ ਜਿਹਨੂੰ ਖਵਾਜਾ ਪੀਰ ਕਹਿੰਦੇ ਨੇ, ਜਿਹਨੂੰ ਜਿੰਦਾ ਪੀਰ ਕਹਿੰਦੇ ਨੇ। ਕਹਿੰਦੇ ਇਹਦਾ ਟਾਈਮ ਜਿਹੜਾ ਸੀਗਾ ਮੋਸਸ ਦੇ ਨਾਲ ਸੇਮ ਟਾਈਮ ਵਿੱਚ ਹੋਇਆ ਹੈ। ਸੋ ਮੁਸਲਮਾਨ ਇਉਂ ਮੰਨਦੇ ਨੇ। ਪਰ ਇਹ ਜਿਹੜਾ ਹੈ ਇਹ ਥਾਂ ਜਿਹੜਾ ਹੈ ਕਹਿੰਦੇ ਐਸਾ ਹੈ, ਸਿੰਧ ਦੇ ਵਿੱਚ ਇਹਨੂੰ ਬਹੁਤ ਮੰਨਿਆ ਜਾਂਦਾ, ਇਹਦੀ ਪੂਜਾ ਹੁੰਦੀ ਹੈ। ਉਹ ਗਾਂ ਜਾ ਕੇ ਆਪਾਂ ਵਿਚਾਰ ਕਰਾਂਗੇ। ਜਿਹਨੂੰ ਜਿੰਦਾ ਪੀਰ ਕਰਕੇ ਲੋਕ ਇਹਦੀ ਪੂਜਾ ਕਰਦੇ ਨੇ, ਤੇ ਇਹਦੀ ਪੂਜਾ ਜਿਹੜੇ ਹਿੰਦੂ ਵੀ ਕਰਦੇ ਨੇ, ਮੁਸਲਮਾਨ ਵੀ ਕਰਦੇ ਨੇ, ਸਾਰੇ ਕਰਦੇ ਨੇ। ਜਿਹੜੇ ਵੀ ਉਹ ਇਲਾਕੇ 'ਚ ਰਹਿੰਦੇ ਨਾ, ਸਿੰਧ ਇਲਾਕੇ ਦੇ ਵਿੱਚ ਜਿੱਥੇ ਗੁਰੂ ਨਾਨਕ ਸਾਹਿਬ ਜੀ ਵੀ ਗਏ ਨੇ, ਸੋ ਉਹ ਇਲਾਕਾ ਜਿਹੜਾ ਹੈ ਉਹ ਇਲਾਕਾ ਐਸਾ ਹੈ ਕਿ ਉਹਦੇ ਵਿੱਚ ਉਹ ਸਿੰਧ ਦੇ ਇਲਾਕੇ ਵਿੱਚ ਹਰ ਕੋਈ ਵਰਨ ਦੇਵਤੇ ਦੀ ਪੂਜਾ ਕਰੇਗਾ। ਸੋ ਕਹਿੰਦੇ ਇਹ ਦੌਲਤ ਖਾਂ ਕਹਿੰਦਾ ਵੀ ਮੈਂ ਸੁਣਿਆ ਉਹ ਜਿੰਦਾ ਪੀਰ ਜਿਹੜਾ ਵਰਨ ਦੇਵਤਾ ਹੈ, ਪ੍ਰਿਥਵੀ ਆਕਾਸ਼ ਵੀ ਮਿਟ ਜਾਂਦੇ ਹਨ। ਕਹਿਣ ਲੱਗੇ ਇਹ ਪ੍ਰਿਥਵੀ ਧਰਤੀ ਤੇ ਆਕਾਸ਼ ਮਿਟ ਜਾਂਦਾ, ਬਿਕਾਜ਼ ਜਦੋਂ ਪਰਲੋ ਹੁੰਦੀ ਹੈ। ਹੁਣ ਦੇਖੋ ਨਾ, ਇੱਕ ਪਰਲੋ ਹੁੰਦੀ, ਇੱਕ ਮਹਾਪਰਲੋ ਹੈ। ਪਰਲੋ ਦੇ ਵਿੱਚ ਕੀ ਹੁੰਦਾ ਹੈ, ਸਭ ਕੁਝ ਮੁੱਕ ਜਾਂਦਾ, ਇੱਕ ਵਾਟਰ ਵਰਲਡ ਰਹਿ ਜਾਂਦਾ ਹੈ, ਸਿਰਫ ਪਾਣੀ ਰਹਿ ਜਾਂਦਾ, ਬਾਕੀ ਸਭ ਕੁਝ ਮੁੱਕ ਜਾਂਦਾ ਹੈ। ਜਦੋਂ ਮਹਾਪਰਲੋ ਹੁੰਦੀ ਹੈ ਉਦੋਂ ਪਾਣੀ ਵੀ ਮੁੱਕ ਜਾਂਦਾ ਹੈ। ਕਹਿੰਦੇ ਜਦੋਂ ਪਰਲੋ ਹੁੰਦੀ ਹੈ ਨਾ, ਮੈਂ ਸੁਣਿਆ ਹੈ ਵੀ ਆਕਾਸ਼ ਤੇ ਧਰਤੀ ਮੁੱਕ ਜਾਂਦੀ ਹੈ ਪਰ ਪਾਣੀ ਰਹਿੰਦਾ ਹੈ, ਇਸ ਕਰਕੇ ਉਹਨੂੰ ਜਿੰਦਾ ਪੀਰ ਕਹਿੰਦੇ ਨੇ। ਫਿਰ ਤੇ ਜਲ ਤੇ ਵਰਨ ਨਹੀਂ ਮਿਟਦਾ। ਹਾਂ, ਕਹਿਣਗੇ ਇਹ ਜਲ ਪਾਣੀ ਤੇ ਵਰਨ ਦੇਵਤਾ ਇਹਦਾ ਇਹ ਨਹੀਂ ਮਿਟਦਾ, ਬਾਕੀ ਸਭ ਕੁਝ ਮੁੱਕ ਜਾਂਦਾ ਹੈ ਦੁਨੀਆ ਦਾ। ਇੱਕ ਵਾਰੀ ਮੈਂ ਖਿਜਰ ਦਾ ਦਰਸ਼ਨ ਕਰਾਂ। ਹੁਣ ਦੌਲਤ ਖਾਂ ਕਹਿੰਦਾ ਮੈਂ ਖਿਜਰ, ਕਿਉਂਕਿ ਖਿਜਰ ਦਾ ਪੁਜਾਰੀ ਸੀ ਇਹ ਜਿੰਦਾ ਪੀਰ ਦਾ। ਸੋ ਕਹਿੰਦਾ ਮਹਾਰਾਜ ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ, ਆਈ ਲਾਈਕ ਟੂ ਸੀ ਹਿਮ, ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ। ਤਾਂ ਬਾਬਾ ਬੋਲਿਆ ਜੇ ਤੂੰ ਆਖੇ ਤਾਂ ਤੈਨੂੰ ਖਿਜਰ ਦਾ ਦਰਸ਼ਨ ਕਰਾਈਏ। ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਦੌਲਤ ਖਾਨ ਨੂੰ, ਤੂੰ ਚਾਹੁੰਦਾ ਖਿਜਰ ਦੇ ਦਰਸ਼ਨ ਕਰਨ ਵਾਸਤੇ, ਵਰਨ ਦੇਵਤੇ ਦੇ ਤੂੰ ਦਰਸ਼ਨ ਕਰਨੇ ਆ, ਤੇਰੀ ਇੱਛਾ ਹੈ, would you like to see him? ਉਹਨੇ ਪੁੱਛਿਆ ਜੀ। ਤਾਂ ਖਾਨ ਬੋਲਿਆ ਜੀ ਤੁਸਾਂ ਥੀ ਸਭ ਕੁਝ ਹੁੰਦਾ ਹੈ। ਤੇ ਖਾਨ ਬੋਲਿਆ ਕਹਿੰਦਾ ਮਹਾਰਾਜ ਤੁਹਾਡੇ ਹੱਥ 'ਚ ਸਭ ਕੁਝ ਆ, ਕਰਾ ਦਿਓ ਦਰਸ਼ਨ, ਮੈਂ ਉਹਨੂੰ ਦੇਖਣਾ ਚਾਹੁੰਦਾ ਹਾਂ। ਪਰ ਮੈਨੂੰ ਦਰਸ਼ਨ ਖਿਜਰ ਦਾ ਕਰਵਾਈਏ। ਪਰ ਮੈਨੂੰ ਖਿਜਰ ਦਾ ਦਰਸ਼ਨ ਕਰਾ ਦਿਓ, ਕਿਵੇਂ ਨਾ ਕਿਵੇਂ ਮੈਂ ਉਹਨੂੰ ਦੇਖਣਾ ਹੀ ਚਾਹੁੰਦਾ ਹਾਂ। ਤਾਂ ਬਾਬਾ ਬੋਲਿਆ ਜੋ ਤੂੰ ਧਿਆਨ ਕਰਕੇ ਬੈਠ। ਕਹਿਣ ਲੱਗੇ ਹੁਣ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ ਇਹਨੂੰ, ਕਹਿੰਦਾ ਤੂੰ ਧਿਆਨ ਕਰਕੇ ਬੈਠ, ਚੌਂਕੜੀ ਮਾਰ ਕੇ ਕਨਸੈਂਟਰੇਸ਼ਨ ਕਰ, ਤੂੰ ਖਿਜਰ ਨੂੰ ਯਾਦ ਕਰ ਤੇ ਤੈਨੂੰ ਦਰਸ਼ਨ ਹੋਣਗੇ। ਜਿਤਨੇ ਪ੍ਰਿਥਵੀ ਆਕਾਸ਼ ਵਿੱਚ ਪਦਾਰਥ ਹਨ ਸਭ ਜਲਮਈ ਹਨ। ਓਕੇ, ਹੁਣ ਦੇਖੋ ਧਿਆਨ ਕਰਨ ਦਾ ਤਰੀਕਾ ਕੀ ਹੈ। ਦੇਖੋ ਇੱਥੇ ਸ਼ਹੀਦ ਭਾਈ ਮਨੀ ਸਿੰਘ ਨੇ ਬਹੁਤ ਸੋਹਣਾ ਦੱਸਿਆ। ਕਹਿੰਦੇ ਤੂੰ ਆਪਣੇ ਧਿਆਨ ਵਿੱਚ ਇਹ ਗੱਲ ਮੰਨ, ਐਵਰੀਥਿੰਗ ਇਜ਼ ਵਾਟਰ, ਸਾਰੀ ਚੀਜ਼ ਨੂੰ ਪਾਣੀ ਮੰਨ, ਕਿਉਂਕਿ H2 ਆ ਨਾ, ਸਾਰੇ ਕਿਤੇ ਹੀ ਪਾਣੀ ਹੈ। ਪਾਣੀ ਦੇ ਕਰਕੇ ਪੈਦਾਇਸ਼ ਹੁੰਦੀ ਹੈ, ਪਾਣੀ ਦੇ ਕਰਕੇ ਸਾਇੰਸ ਵੀ ਕਹਿੰਦੀ ਹੈ। ਕਹਿੰਦੇ ਹੁਣ ਮੌਇਸ ਦੇ ਵਿੱਚ ਵੀ ਪਾਣੀ ਹੈ, ਹਾਂਜੀ, ਸਾਰੇ ਕਿਤੇ ਪਾਣੀ ਹੈ। ਕਹਿੰਦੇ ਇਹ ਜਿਹੜਾ ਹੈ ਤੂੰ ਸਾਰਾ ਆਪਣੇ ਮਾਈਂਡ ਦੇ ਵਿੱਚ ਇਹ ਗੱਲ ਨੂੰ ਪੱਕੀ ਕਰ ਲਾ ਵੀ ਜੋ ਵੀ ਚੀਜ਼ ਇਸ ਸੰਸਾਰ ਵਿੱਚ ਹੈਗੀ ਆ ਉਹਦੇ ਵਿੱਚ ਪਾਣੀ ਦਾ ਐਲੀਮੈਂਟ ਹੈਗਾ, ਐਵਰੀਵੇਅਰ ਹੈਗਾ ਹੈ। ਸੋ ਤੂੰ ਇਹ ਸਾਰੀਆਂ ਚੀਜ਼ਾਂ ਨੂੰ ਦੇਖਣ ਤੋਂ ਇਲਾਵਾ ਤੂੰ ਪਾਣੀ ਨੂੰ ਦੇਖ, ਤੂੰ ਪਾਣੀ ਤੇ ਕਨਸੈਂਟਰੇਟ ਕਰ ਵੀ ਇਹ ਸਾਰਿਆਂ ਵਿੱਚ ਪਾਣੀ ਹੈ, ਐਵਰੀਥਿੰਗ ਪਾਣੀ ਦਾ ਹੀ ਬਣਿਆ ਹੋਇਆ ਹੈ। ਤੋ ਐਸਾ ਧਿਆਨ ਧਰ ਆਪਣੇ ਹਿਰਦੇ ਵਿੱਚ। ਤੇ ਜਲ ਵਿੱਚ ਜੋ ਦ੍ਰਵਤਾ ਸਖਤ ਹੈ ਸੋ ਆਤਮਾ ਦੀ ਹੈ। ਹਾਂ, ਕਹਿਣਗੇ ਜੋ ਜਲ, ਜੋ ਪਾਣੀ ਦੇ ਵਿੱਚ ਸ਼ਕਤੀ ਹੈ ਨਾ, ਉਹ ਪਰਮਾਤਮਾ ਹੈ। ਦ ਫਿਜ਼ੀਕਲ ਰੂਪ ਆਫ ਦ ਆਤਮਾ ਇਸ ਪਾਣੀ, ਤੇ ਉਹਦੇ ਵਿੱਚ ਜਿਹੜੀ ਆਤਮਾ ਉਹ ਅਸਲ ਐਨਰਜੀ ਤਾਂ ਉਹ ਹੈ ਜੋ ਸਭ ਕੁਝ ਬਣਾਉਂਦੀ ਹੈ। ਪਰ ਪਾਣੀ ਦਾ ਫਾਰਮ ਤੂੰ ਖਿਜਰ ਦੇ ਦਰਸ਼ਨ ਕਰਨੇ, ਇਸ ਕਰਕੇ ਤੂੰ ਪਾਣੀ ਦਾ ਧਿਆਨ ਧਰ, ਬਿਕਾਜ਼ ਯੂ ਵਾਂਟ ਟੂ ਸੀ ਖਿਜਰ। ਜੇ ਤੂੰ ਆਤਮਾ ਦਾ ਕਰੇਂਗਾ ਤਾਂ ਫਿਰ ਉਹ ਨਿਰਗੁਣ ਸਰੂਪ ਪਰਮਾਤਮਾ ਹੈ, ਸਾਰੇ ਕਿਤੇ ਹੀ ਹੈ। ਸੋ ਇਸ ਕਰਕੇ ਤੂੰ ਉਸ ਦਾ ਧਿਆਨ ਧਰ। ਦੇਖੋ ਦਿਸ ਇਜ਼ ਵੈਰੀ ਇੰਪੋਰਟੈਂਟ। ਦੇਖੋ ਨਾ, ਜਦੋਂ ਆਪਾਂ ਪਰਮਾਤਮਾ ਦਾ ਧਿਆਨ ਧਰੀਏ ਨਾ, ਜਦੋਂ ਤੁਸੀਂ ਨਿਰਗੁਣ ਰੂਪ 'ਚ ਜਾਓਗੇ ਨਾ, ਹਾਊ ਵੁੱਡ ਯੂ ਵਾਂਟ ਟੂ ਕਨਸੈਂਟਰੇਟ ਔਨ ਹਿਮ, ਬਿਕਾਜ਼ ਹੀ ਡਜ਼ਨਟ ਹੈਵ ਐਨੀ ਫਾਰਮ। ਤੁਸੀਂ ਕੀ ਕਰੋਗੇ, ਕਿਵੇਂ ਉਹਦਾ ਧਿਆਨ ਧਾਰੋਗੇ? ਇਸ ਕਰਕੇ ਮਹਾਰਾਜ ਪਰਮਾਤਮਾ ਨੇ ਫਾਰਮ ਬਣਾਏ ਨੇ। ਸੋ ਹੁਣ ਜਿਵੇਂ ਇਹਨੂੰ ਉਪਦੇਸ਼ ਹੋਇਆ ਨਾ, ਤੂੰ ਪਾਣੀ ਨੂੰ ਲੈ ਕੇ ਤੂੰ ਆਤਮਾ ਨੂੰ ਜੋੜਨਾ, ਬਟ ਤੇਰਾ ਵਸੀਲਾ ਕੀ ਆ? ਪਾਣੀ। ਜਿਵੇਂ ਆਪਣਾ ਵਸੀਲਾ ਗੁਰੂ ਨਾਨਕ ਹੈ, ਗੁਰੂ ਨਾਨਕ ਹੀ ਪਰਮਾਤਮਾ ਹੈ। ਸੋ ਹੁਣ ਤੁਸੀਂ ਪਰਮਾਤਮਾ ਨੂੰ ਮਿਲਣਾ, ਤੁਸੀਂ ਗੁਰੂ ਨਾਨਕ ਨੂੰ ਮਿਲੋ ਨਾ, ਤੁਸੀਂ ਗੁਰੂ ਨਾਨਕ ਦਾ ਧਿਆਨ ਧਾਰੋ, ਬਿਕਾਜ਼ ਉਹ ਤੁਹਾਡਾ ਵਸੀਲਾ ਹੈ।
ਕਿਉਂਕਿ ਨਿਰਗੁਣ ਹੁਣ ਦੇਖੋ ਹਵਾ ਹੈ ਨਾ, ਮੈਂ ਤੁਹਾਨੂੰ ਕਹਾਂ ਇਹ ਹਵਾ ਹੈ, ਇਹ ਹਵਾ ਨੂੰ ਦੇਖੋ, ਤੁਸੀਂ ਕੀ ਦੇਖੋਗੇ ਹਵਾ ਵਿੱਚ? ਵਿਦ ਯੋਰ ਬੇਅਰ ਆਈਜ਼ ਕੈਨ ਯੂ ਸੀ ਐਨੀਥਿੰਗ? ਨਿਰਗੁਣ ਸਰੂਪ ਐਸਾ ਹੈ, ਤੁਸੀਂ ਕਿਵੇਂ ਉਹਦਾ ਧਿਆਨ ਕਰੋਗੇ? ਕਿਉਂਕਿ ਮਾਈਂਡ ਆਪਣਾ ਬਣਿਆ ਹੋਇਆ ਹੈ, ਆਪਣੇ ਮਾਈਂਡ ਦੇ ਵਿੱਚ ਆਬਜੈਕਟਸ ਬਣੇ ਹੋਏ ਨੇ, ਆਪਾਂ ਆਬਜੈਕਟਸ ਨੂੰ ਰੀਅਲਾਈਜ਼ ਕਰਦੇ ਹਾਂ, ਦੇਖਦੇ ਹਾਂ, ਪਰ ਜਿਹੜਾ ਆਬਜੈਕਟਲੈਸ ਹੋਵੇ ਉਹਨੂੰ ਤੁਸੀਂ ਕਿਵੇਂ ਦੇਖੋਗੇ? ਸੋ ਇਸ ਕਰਕੇ ਸੋ ਆਤਮਾ ਮੈਂ ਹੀ ਹਾਂ। ਸੋ ਆਤਮਾ ਕਹਿੰਦੇ ਮੈਂ ਹੀ ਹਾਂ, ਇਹ ਗੱਲ ਮੰਨੀ ਕਿ ਆਤਮਾ ਤੂੰ ਹੈ। ਹੁਣ ਤੂੰ ਪਾਣੀ ਦਾ ਧਿਆਨ ਧਰ ਰਿਹਾ ਹੈ। ਤਾਂ ਖਾਨ ਕਹਿਆ ਮੇਰਾ ਧਿਆਨ ਰਹਿੰਦਾ ਨਹੀਂ। ਹੁਣ ਦੌਲਤ ਖਾਂ ਕਹਿੰਦਾ ਮਹਾਰਾਜ ਮੇਰਾ ਤਾਂ ਧਿਆਨ ਰਹਿੰਦਾ ਹੀ ਨਹੀਂ, ਮੈਂ ਬਹਿੰਦਾ ਮੇਰਾ ਧਿਆਨ ਹੋਰ ਕਿਤੇ ਭੱਜ ਜਾਂਦਾ ਹੈ, ਮੇਰਾ ਨਹੀਂ ਧਿਆਨ ਹੁੰਦਾ। ਤਾਂ ਬਾਬੇ ਕਹਿਆ ਜਿਉਂ-ਜਿਉਂ ਤੇਰਾ ਧਿਆਨ ਨਿਕਲ ਜਾਵੇ ਤਿਉਂ-ਤਿਉਂ ਫੇਰ ਦ੍ਰਿੜ ਕਰੋ। ਕਹਿੰਦੇ ਜਿਉਂ-ਜਿਉਂ ਤੇਰਾ ਧਿਆਨ ਨਿਕਲ ਜਾਏਗਾ ਨਾ, ਤੂੰ ਤਾਂ ਤੇਰਾ ਕਨਸੈਂਟਰੇਟ ਟੁੱਟੇਗਾ, ਤੂੰ ਫੇਰ ਮੁੜ ਕੇ ਜੋੜ ਲਾ, ਫਿਰ ਟੁੱਟੇਗਾ ਫਿਰ ਜੋੜ ਲਾ। ਹਾਂਜੀ, ਮੁੜ ਮੁੜ ਕੇ ਉਹਨੂੰ ਜੋੜੀ ਜਾ, ਉਹਨੂੰ ਭੱਜਣ ਨਾ ਦੇ, ਭੱਜਦਾ ਫੇਰ ਖਿੱਚ ਲਿਆ, ਹਾਂਜੀ ਫੇਰ ਖਿੱਚ ਲਿਆ। ਜਿਸ ਲਈ ਯੂ ਹੈਵ ਟੂ ਬੀ ਫੋਕਸ ਨਾ, ਉਹ ਫੋਕਸ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਫੋਕਸ ਨਹੀਂ ਹੋਗਾ ਤਾਂ ਕੰਮ ਕਿਹੜਾ ਹੋਊਗਾ? ਸੋ ਜਦੋਂ ਵੀ ਆਪਣਾ ਫੋਕਸ ਟੁੱਟਦਾ ਹੈ, ਯੂ ਹੈਵ ਟੂ ਬ੍ਰਿੰਗ ਬੈਕ ਯੋਰ ਫੋਕਸ, ਯੂ ਹੈਵ ਟੂ ਕੰਟੀਨਿਊ ਅਗੇਨ। ਫਿਰ ਤੇ ਨਾਸਕਾ ਦੇ ਅੱਗੇ ਧਿਆਨ ਰੱਖੋਗੇ ਤਾਂ ਤੁਸਾਂ ਨੂੰ ਵਰਨ ਦਾ ਦਰਸ਼ਨ ਹੋਵੇਗਾ। ਦੇਖੋ ਗੁਰੂ ਮਹਾਰਾਜ ਨੇ ਕੀ ਕੀਤਾ, ਇਹਨੂੰ ਇੱਕ ਵਸੀਲਾ ਹੋਰ ਦਿੱਤਾ। ਕਹਿੰਦੇ ਨੱਕ ਨਾ, ਆ ਨੱਕ ਦੀ ਚੁੰਝ ਜਿਹੜੀ ਆ ਟਿਪ, ਕਹਿੰਦੇ ਆਪਣੀਆਂ ਅੱਖਾਂ ਦਾ ਧਿਆਨ ਇਹਦੇ 'ਚ ਧਰ। ਸੋ ਇਹ ਇੱਕ ਤਰੀਕਾ ਹੈ ਧਿਆਨ ਜੋੜਨ ਦਾ, ਬਿਕਾਜ਼ ਆਪਣੀਆਂ ਅੱਖਾਂ ਨੇ ਕੁਝ ਦੇਖਣਾ ਹੈ, ਆਪਣੀਆਂ ਅੱਖਾਂ ਨੇ ਕੁਝ ਇੱਕ ਚੀਜ਼ ਨੂੰ ਦੇਖਣਾ, ਇੱਕ ਪੁਆਇੰਟ ਨੂੰ ਦੇਖਣਾ ਹੈ। ਸੋ ਉਹ ਕਹਿੰਦੇ ਵੀ ਨੱਕ ਦਾ ਪੁਆਇੰਟ ਰੱਖੋ, ਕਿਉਂਕਿ ਸੁੱਖ ਨਾਲ ਆਪਾਂ ਜਿਹੜੇ ਨਾਰਥਰਨ ਇੰਡੀਅਨ ਆ ਸਾਰਿਆਂ ਦੇ ਨੱਕ ਸੋਹਣੇ ਹਨ ਜੀ, ਤਿੱਖੇ ਤਿੱਖੇ ਨੱਕ ਨੇ, ਦਿਸਦੇ ਨੇ। ਜੇ ਤੁਸੀਂ ਚਾਈਨੀਜ਼ ਬੰਦੇ ਨੂੰ ਕਹੋਗੇ ਵਿਚਾਰੇ ਨੂੰ ਪਤਾ ਨਹੀਂ ਦਿਸੂਗਾ ਕਿ ਨਹੀਂ ਦਿਸੂਗਾ, ਉਹ ਵੱਖਰੀ ਗੱਲ ਹੈ। ਹਾਂਜੀ, ਆਪਾਂ ਨੂੰ ਤਾਂ ਚੰਗੇ ਨੱਕ, ਤਾਂ ਹੀ ਤਾਂ ਮਹਾਰਾਜ ਨੇ ਚੰਗੇ ਨੱਕ ਦਿੱਤੇ ਆ ਨਾ, ਲੰਮੇ ਨੱਕ ਵੀ ਤੁਸੀਂ ਇੱਥੇ ਜੋੜੋ ਧਿਆਨ ਨੂੰ ਹੁਣ। ਹਾਂਜੀ, ਸੋ ਦੋਵੇਂ ਅੱਖਾਂ ਜੋੜ ਕੇ ਇਹਦੇ ਤੇ ਧਿਆਨ ਰੱਖੋ। ਹੁਣ ਤਾਂ ਤੇ ਤੂੰ ਸਾਡੇ ਉੱਪਰ ਮੈਂ ਵੀ ਦ੍ਰਿਸ਼ਟ ਕਰਾਂਗਾ। ਹਾਂ, ਫਿਰ ਗੁਰੂ ਨਾਨਕ ਸਾਹਿਬ ਨੇ ਇੱਕ ਪ੍ਰੋਮਿਸ ਕੀਤਾ ਦੌਲਤ ਖਾਨ ਨੂੰ, ਕਹਿੰਦੇ ਮੇਰੇ ਵੱਲੋਂ ਮੈਂ ਵੀ ਤੁਹਾਡੇ ਤੇ ਕਿਰਪਾ ਕਰਾਂਗਾ। I will do my blessings on you, but you have to do this. ਤੁਹਾਨੂੰ ਇੰਨਾ ਕੁ ਤਾਂ ਕਰਨਾ ਪੈਣਾ ਹੈ। ਤਾਂ ਅੱਜ ਹੀ ਰਾਤ ਦੇ ਸਮੇਂ ਤੁਸਾਂ ਨੂੰ ਖਿਜਰ ਦਾ ਦਰਸ਼ਨ ਹੋਵੇਗਾ। ਮਹਾਰਾਜ ਕਹਿੰਦਾ ਤੁਹਾਨੂੰ ਅੱਜ ਰਾਤ ਨੂੰ ਹੀ ਖਿਜਰ ਦੇ ਦਰਸ਼ਨ ਹੋ ਜਾਣਗੇ। ਟੁਡੇ ਨਾਈਟ ਤੁਹਾਨੂੰ ਹੋ ਜਾਣਗੇ ਖਿਜਰ ਦੇ ਦਰਸ਼ਨ। ਜਬ 3 ਪਹਿਰ ਖਾਨ ਧਿਆਨ ਧਰ ਕੇ ਬੈਠਾ। ਹੁਣ 3 ਪਹਿਰ ਹੈ ਨਾ, 1 ਪਹਿਰ is 3 hours, 9 hours ਵਾਸਤੇ ਦੌਲਤ ਖਾਨ ਬੈਠਾ ਧਿਆਨ ਧਾਰ ਕੇ। ਹਾਂਜੀ, ਬੈਠਾ ਰਿਹਾ ਜੀ। ਤਾਂ ਪਿਛਲੀ ਰਾਤ ਵਰਨ ਪ੍ਰਾਪਤ ਭਇਆ। ਪਿਛਲੀ ਰਾਤ ਮਤਲਬ ਅੰਮ੍ਰਿਤ ਵੇਲੇ ਵਰਨ ਦੇਵਤਾ ਆ ਗਿਆ ਉਹਦੇ ਕੋਲ, ਪ੍ਰਗਟ ਹੋ ਗਿਆ। ਤੇ ਗੁਰੂ ਨਾਨਕ ਸਾਹਿਬ ਜੀ ਉੱਥੇ ਸੀਗੇ, ਦੌਲਤ ਖਾਨ ਧਿਆਨ ਧਰ ਕੇ ਬੈਠਾ, ਇੱਥੇ ਗੁਰੂ ਨਾਨਕ ਸਾਹਿਬ ਜੀ ਵੀ ਬੈਠੇ ਸਨ। ਸੋ ਉਹ ਖਿੱਜਰ ਆਇਆ, ਵਰਨ ਦੇਵਤਾ ਆਇਆ ਜੀ, ਜਿਹੜਾ ਹੈ ਉਹਨੇ ਆਇਆ ਚੱਲ ਕੇ, ਹੱਥ ਵਿੱਚ ਵੱਡੇ ਰਤਨ ਲਿਆਇਆ, ਜਿਨ੍ਹਾਂ ਦੇ ਪ੍ਰਕਾਸ਼ ਕਰਕੇ ਉਜਿਆਲਾ ਹੋਏ ਗਿਆ। ਉੱਥੇ ਹਨੇਰਾ ਪਿਆ ਸੀਗਾ, ਤੇ ਖਿੱਜਰ ਜਦੋਂ ਆਇਆ ਇਹ ਡਾਇਮੰਡਸ ਲੈ ਕੇ ਆਇਆ, ਜਿਹੜੇ ਪਿਓਰ ਡਾਇਮੰਡਸ ਹੁੰਦੇ ਨੇ। ਕਹਿੰਦੇ ਜਦੋਂ ਡਾਇਮੰਡਸ ਲੈ ਕੇ ਆਇਆ ਨਾ, ਉਹਨਾਂ ਦਾ ਬਹੁਤ ਪ੍ਰਕਾਸ਼ ਹੋਇਆ, ਉਹਨਾਂ ਦਾ ਚਾਨਣ ਹੋਇਆ। ਕਹਿੰਦੇ ਸਾਰਾ ਚਾਨਣ ਹੋ ਗਿਆ ਜੀ ਉਹ ਡਾਇਮੰਡਸ ਕਰਕੇ। ਉਹ ਭੇਟਾ ਲੈ ਕੇ ਆਇਆ ਗੁਰੂ ਨਾਨਕ ਸਾਹਿਬ ਵਾਸਤੇ, ਕਿਉਂਕਿ ਵਰਨ ਦੇਵਤਾ ਸਮੁੰਦਰ ਦਾ ਦੇਵਤਾ ਹੈ, ਉਹ ਬਹੁਤ ਸਾਰੇ ਡਾਇਮੰਡਸ ਭਰ ਕੇ ਲਿਆਇਆ ਗੁਰੂ ਨਾਨਕ ਸਾਹਿਬ ਨੂੰ ਦੇਣ ਵਾਸਤੇ। ਪ੍ਰਥਮੇ ਬਾਬੇ ਦੀ ਚਰਨੀ ਲੱਗਾ, ਉਹਨੇ ਆ ਕੇ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕਿਆ ਪਹਿਲਾਂ, ਤੇ ਰਤਨ ਭੇਟ ਗੁਜ਼ਾਰੇ। ਉਹਨੇ ਫਿਰ ਰਤਨ ਜਿਹੜੇ ਸਨ, ਸਾਰੇ ਜਿਹੜੇ ਡਾਇਮੰਡ ਸਨ, ਜੂਅਲ ਸਨ, ਉਹਨਾਂ ਨੇ ਮਹਾਰਾਜ ਨੂੰ ਭੇਟਾ ਕਰ ਦਿੱਤੇ। ਬਾਬੇ ਕਹਿਆ ਖਾਨ ਜੀ ਖਿਜਰ ਜਿੰਦਾ ਪੀਰ ਆਇਆ ਹੈ। ਕਹਿਣ ਲੱਗੇ ਬਾਬੇ ਨੇ ਕਹਿਆ, ਕਹਿੰਦੇ ਵੀ ਇਹ ਜਿਹੜਾ ਜਿੰਦਾ ਪੀਰ ਆ ਗਿਆ, ਹੁਣ ਇਹ ਜਿੰਦਾ ਪੀਰ ਤੇਰੇ ਕੋਲ ਆ ਗਿਆ, ਹੁਣ ਦੇਖ ਲਾ, ਦਰਸ਼ਨ ਕਰ ਲਾ। ਤਾਂ ਖਾਨ ਖਿਜਰ ਦੀ ਪੈਰੀ ਪਿਆ। ਸੋ ਉਹ ਖਾਨ ਜਿਹੜਾ ਸੀ ਦੌਲਤ ਖਾਨ, ਉਹ ਪੈਰੀ ਪੈ ਗਿਆ ਜਾ ਕੇ ਖਿਜਰ ਦੇ, ਵਰਨ ਦੇਵਤੇ ਦੇ ਪੈਰੀ ਪੈ ਗਿਆ। ਖਿਜਰ ਫਿਰ ਖਾਨ ਦੇ ਅੱਗੇ ਮੱਥਾ ਟੇਕਿਆ। ਉਹ ਕੀ ਹੋਇਆ ਜੀ, ਦੌਲਤ ਖਾਨ ਨੇ ਉਹਨੂੰ ਮੱਥਾ ਟੇਕਿਆ। ਜਦੋਂ ਦੌਲਤ ਖਾਨ ਉੱਠ ਕੇ ਖੜਾ ਹੋਇਆ, ਉਹ ਜਿਹੜਾ ਵਰਨ ਦੇਵਤਾ ਉਹਨੇ ਦੌਲਤ ਖਾਨ ਨੂੰ ਮੱਥਾ ਟੇਕਿਆ। ਹਾਂਜੀ, ਕਿਉਂਕਿ ਦੌਲਤ ਖਾਨ ਨੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ। ਸੋ ਖਿਜਰ ਵਾਸਤੇ, ਉਹ ਵਰਨ ਦੇਵਤੇ ਵਾਸਤੇ ਦੌਲਤ ਖਾਨ ਬਹੁਤ ਮਹਾਨ ਹੋ ਗਿਆ, ਤੇ ਉਹਨੇ ਇਹਨੂੰ ਵੀ ਮੱਥਾ ਟੇਕਿਆ। ਤਾਂ ਬਾਬੇ ਕਹਿਆ ਖਿਜਰ ਜੀ ਅਸਾਂ ਜਲਾਂ ਦਾ ਰਾਜਾ ਖਾਨ ਨੂੰ ਕੀਤਾ ਹੈ। ਦੇਖੋ ਗੁਰੂ ਨਾਨਕ ਸਾਹਿਬ ਦਾ ਪਾਵਰ ਕਿੰਨਾ ਹੈ। ਤੇ ਮਹਾਰਾਜ ਨੇ ਵਰਨ ਦੇਵਤੇ ਨੂੰ ਕਿਹਾ, ਖਿਜਰ ਨੂੰ, ਕਿ ਅੱਜ ਤੋਂ ਬਾਅਦ ਇਹ ਜਿਹੜਾ ਪਾਣੀ ਦਾ ਦੇਵਤਾ ਹੈ, ਮੈਂ ਦੌਲਤ ਖਾਨ ਨੂੰ ਬਣਾਤਾ। ਮੈਂ ਦੌਲਤ ਖਾਨ ਨੂੰ ਇਹ ਸਾਰੇ ਪਾਣੀ ਦਾ ਰਾਜਾ ਇਹਨੂੰ ਬਣਾਇਆ। ਹੁਣ ਦੌਲਤ ਖਾਨ ਨੂੰ ਬਣਾ ਦਿੱਤਾ। ਆਈ ਹੈਵ ਆਲਰੇਡੀ ਸਿਲੈਕਟਡ ਹਿਮ, ਇਹਨੂੰ ਬਣਾਤਾ ਜੀ। ਹੁਣ ਤਾਂ ਖਿਜਰ ਕਹਿਆ ਜੀ ਵੱਡੀ ਮਿਹਰ ਕੀਤੀ। ਉਹ ਖਿਜਰ ਜਿਹੜਾ ਆਇਆ ਸੀ ਵਰਨ ਦੇਵਤਾ, ਉਹ ਕਹਿੰਦਾ ਜੀ ਬੜੀ ਮਿਹਰ ਕੀਤੀ ਆ, ਬੜੀ ਕਿਰਪਾ ਹੋਈ ਜੀ ਤੁਹਾਡੀ। ਜੇ ਮੈਨੂੰ ਕਹੋ ਤਾਂ ਆਪਣਾ ਰਾਜ ਛੋੜ ਕੇ ਤੁਸਾਡੀ ਟਹਿਲ ਕਰਾਂ। ਦੇਖੋ ਖਿਜਰ ਵਰਨ ਦੇਵਤਾ ਪਤਾ ਕੀ ਕਹਿੰਦਾ, ਕਹਿੰਦਾ ਮਹਾਰਾਜ ਜੇ ਹੁਕਮ ਹੋਏ ਮੈਂ ਹੁਣੇ ਇਹਨਾਂ ਨੂੰ ਰਾਜ ਦੇ ਦਿੰਦਾ ਮੇਰਾ, ਇਹ ਜਾ ਕੇ ਹੁਣ ਪਾਣੀ ਨੂੰ ਸੰਭਾਲਣ ਤੇ ਮੈਂ ਤੁਹਾਡੀ ਸੇਵਾ ਕਰਾਂ।
ਦੇਖੋ ਵਰਨ ਦੇਵਤਾ ਵੀ ਲੋਚਦਾ ਕਿ ਮੈਨੂੰ ਗੁਰੂ ਨਾਨਕ ਦੀ ਸੇਵਾ ਮਿਲੇ, ਮੈਂ ਇਹਨਾਂ ਦੀ ਸੇਵਾ ਵਿੱਚ ਰਹਾਂ, ਮੈਂ ਵੀ ਆਪਣੇ ਹੱਥ ਪੈਰ ਸਫਲ ਕਰ ਲਵਾਂ। ਤੇ ਕਹਿੰਦਾ ਰਾਜ ਭਾਵੇਂ ਲੈ ਲਵੇ, ਦੌਲਤ ਖਾਂ ਨੂੰ ਦੇ ਦਿੰਦੇ ਹਾਂ। ਜੇ ਕਹੋ ਤਾਂ ਖਾਨ ਦੀ ਟਹਿਲ ਵਿੱਚ ਰਹਾਂ। ਕਹਿਣਗੇ ਮਹਾਰਾਜ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਇਹ ਦੌਲਤ ਖਾਨ ਦੀ ਟਹਿਲ ਕਰ ਲੈਂਦਾ, ਇਹਦੀ ਸੇਵਾ ਕਰ ਲੈਂਦਾ, ਕਿਉਂਕਿ ਇਹਨੇ ਤੁਹਾਡੀ ਟਹਿਲ ਕੀਤੀ ਹੈ, ਤੁਹਾਡੇ ਦਰਸ਼ਨ ਕੀਤੇ ਨੇ, ਮੈਂ ਚਲੋ ਇਹਨਾਂ ਦੀ ਸੇਵਾ ਕਰ ਲੈਂਦਾ। ਵਰਨ ਦੇਵਤਾ ਕਹਿੰਦਾ ਜਿਹੜੇ ਵਰਨ ਦੇਵਤੇ ਨੂੰ ਵਿਚਾਰੇ ਨੂੰ ਮਿਲਣ ਵਾਸਤੇ ਦੌਲਤ ਖਾਂ ਇੰਨਾ ਚਿਰ ਦਾ ਡੀਕਦਾ ਸੀ, ਤੇ ਲਿਖ ਲਿਆ ਕੀ ਜੀ, ਵਰਨ ਦੇਵਤੇ ਨੂੰ ਉਹਦਾ ਸੇਵਕ ਬਣਾਤਾ ਜੀ ਦੌਲਤ ਖਾਨ ਨੂੰ। ਤਾਂ ਖਾਨ ਬੋਲਿਆ ਜੋ ਤੂੰ ਜਲਾਂ ਦਾ ਰਾਜ ਭਲੀ ਪ੍ਰਕਾਰ ਕਰ ਜਾਣਦਾ ਹੈ। ਹਾਂ ਕਹਿਣਗੇ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਕਹਿੰਦੇ ਦੇਖ ਜਾ, ਤਾਂ ਖਾਨ ਬੋਲਿਆ, ਹੁਣ ਦੌਲਤ ਖਾਨ ਬੋਲਿਆ। ਦੌਲਤ ਖਾਨ ਕਹਿੰਦਾ ਵਰਨ ਦੇਵਤਾ ਤੂੰ ਇਹ ਸਾਰਾ ਕੰਮ ਤੂੰ ਜਾਣਦਾ, ਮੈਂ ਨਹੀਂ ਜਾਣਦਾ, ਵੀ ਇਹ ਪਾਣੀ ਨੂੰ ਕਿਵੇਂ ਸੰਭਾਲਣਾ ਹੈ, ਪਾਣੀ ਦਾ ਦੇਵਤੇ ਦਾ ਕੰਮ ਕੀ ਹੁੰਦਾ, ਆਈ ਡੋਨਟ ਨੋ, ਇਹ ਤੁਹਾਨੂੰ ਪਤਾ ਹੈ ਸਾਰੀ ਗੱਲ ਦਾ। ਤੂੰ ਮੇਰਾ ਮੰਤਰੀ ਹੋ ਕੇ ਰਹੋ। ਦੌਲਤ ਖਾਨ ਕਹਿੰਦਾ ਤੂੰ ਮੇਰਾ ਮੰਤਰੀ ਬਣ ਜੀ, ਯੂ ਬਿਕਮ ਮਾਈ ਮਿਨਿਸਟਰ, ਮੈਂ ਦੇਵਤਾ ਬਣ ਜਾਊਂਗਾ, ਤੂੰ ਮੇਰਾ ਅਸਿਸਟੈਂਟ ਬਣ ਜੀ। ਹਾਂਜੀ ਵਰਨ ਦੇਵਤੇ ਨੂੰ ਕਹਿੰਦਾ ਤਾਂ ਬਾਬੇ ਕਹਿਆ ਜੋ 5 ਵਰਸ ਖਾਨ ਇੱਥੇ ਹੋਰ ਰਹੇਗਾ। ਦੇਖੋ ਉਹ ਮਹਾਰਾਜ ਨੇ ਉੱਥੇ ਦੱਸਿਆ, ਕਹਿੰਦੇ ਦੌਲਤ ਖਾਨ ਦੀ ਜਿਹੜੀ ਏਜ ਆ ਨਾ 5 ਇਅਰਸ ਵਾਸਤੇ ਹੋਰ ਰਹੇਗਾ, ਇਹ 5 ਸਾਲ ਦੀ ਇਹਦੀ ਉਮਰ ਬਾਕੀ ਰਹਿੰਦੀ ਹੈ ਦੌਲਤ ਖਾਨ ਦੀ ਹੁਣ ਧਰਤੀ ਤੇ ਸਰੀਰ ਛੋੜ ਕੇ ਤੇਰੇ ਪਾਸ ਆਵੇਗਾ। ਜਦੋਂ ਇਹ ਮਰ ਜਾਏਗਾ, ਦੌਲਤ ਖਾਨ ਨੇ ਸਰੀਰ ਛੱਡਤਾ, ਕਹਿੰਦੇ ਫਿਰ ਤੇਰੇ ਕੋਲ ਆ ਜਾਊਗਾ। ਵਰਨ ਦੇਵਤੇ ਨੂੰ ਕਹਿੰਦੇ ਉਦੋਂ ਫਿਰ ਤੂੰ ਇਸ ਦਾ ਮੰਤਰੀ ਹੋ ਕੇ ਰਹੇਗਾ। ਕਹਿਣਗੇ ਤੂੰ ਇਹਦਾ ਮੰਤਰੀ ਹੋ ਕੇ ਰਹੀਂ। ਵਰਨ ਦੇਵਤੇ ਨੂੰ ਕਹਿੰਦੇ ਤੂੰ ਇਹਦੀ ਸੇਵਾ ਕਰੀ ਹੁਣ ਦੌਲਤ ਖਾਨ ਦੀ। ਅਸੀਂ ਇਸ ਨੂੰ ਗਿਆਨ ਦਿੰਦੇ ਹਾਂ। ਕਹਿਣਗੇ ਅਸੀਂ ਇਹਨੂੰ ਗਿਆਨ ਦਿੱਤਾ ਹੈ ਦੌਲਤ ਖਾਨ ਨੂੰ, ਹੁਣ ਗਿਆਨ ਗੁਰੂ ਨਾਨਕ ਨੇ ਦਿੱਤਾ ਦੌਲਤ ਖਾਨ ਨੂੰ, ਤੇਰੇ ਤੇ ਇਸ ਦੀ ਮੁਕਤ ਇਕੱਠੀ ਹੋਵੇਗੀ। ਮਹਾਰਾਜ ਨੇ ਇਹ ਵੀ ਬਚਨ ਕਰਤਾ ਦੌਲਤ ਖਾਨ ਦੀ ਤੇ ਤੇਰੀ ਮੁਕਤੀ ਇਕੱਠੀ ਹੋਵੇਗੀ, ਤੁਹਾਨੂੰ ਇਕੱਠਿਆਂ ਨੂੰ ਲਿਬਰੇਸ਼ਨ ਮਿਲੇਗੀ। ਸੋ ਦੇਖੋ ਇਹ ਗੁਰੂ ਨਾਨਕ ਸਾਹਿਬ ਦਾ ਜਿਹੜਾ ਹੈ ਪਾਵਰ, ਤੇ ਉਹ ਮਹਾਰਾਜ ਕਿੰਨੀ ਸ਼ਕਤੀ ਦੇ ਮਾਲਕ ਨੇ। ਕਈ ਵਾਰੀ ਆਪਾਂ ਗੁਰੂ ਨਾਨਕ ਸਾਹਿਬ ਨੂੰ ਜਾਣਦੇ ਨਹੀਂ, ਆਪਾਂ ਤਾਂ ਕਈ ਵਾਰੀ ਗੁਰੂ ਨਾਨਕ ਸਾਹਿਬ ਨੂੰ ਛੋਟਾ ਮੰਨ ਲੈਂਦੇ ਹਾਂ। ਦੇਖੋ ਮਹਾਰਾਜ ਦੀ ਪਹੁੰਚ ਕਿੱਥੋਂ ਤੱਕ ਹੈ। ਸੋ ਮਹਾਰਾਜ ਤੇ ਸ਼ਰਧਾ ਰੱਖਿਆ ਕਰੋ, ਮਹਾਰਾਜ ਹੀ ਪਰਮਾਤਮਾ ਹੈ। ਜਦੋਂ ਵੀ ਕੁਝ ਚਾਹੀਦਾ ਹੈ ਧੰਨ ਗੁਰੂ ਨਾਨਕ ਕਹਿ ਦੋ, ਸਭ ਕੁਝ ਠੀਕ ਹੋ ਜਾਂਦਾ। ਮਹਾਰਾਜ ਦੇ ਉੱਤੇ ਭਰੋਸਾ ਰੱਖੋ, ਮਹਾਰਾਜ ਕੀ ਨਹੀਂ ਕਰ ਸਕਦੇ, ਮਹਾਰਾਜ ਕਿੱਥੇ ਨਹੀਂ ਹੈਗੇ, ਸਿਰਫ ਆਪਣੇ ਭਰੋਸੇ ਦਾ ਕੋਈ ਘਾਟਾ ਪੈ ਜਾਂਦਾ, ਉਹੀ ਆ ਬਸ, ਆਪਣਾ ਭਰੋਸਾ ਟੁੱਟਦਾ ਹੈ। ਭਰੋਸਾ ਨਹੀਂ ਕਿਤੇ ਵੀ ਤੋੜਨਾ ਚਾਹੀਦਾ ਗੁਰੂ ਨਾਨਕ ਸਾਹਿਬ ਜੀ ਦੇ ਉੱਤੇ। ਦੌਲਤ ਖਾਂ ਲੋਧੀ ਭਲਾ ਹੋਆ, ਜਿੰਦ ਪੀਰ ਅਬਿਨਾਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।